ਜਿਹੜੀ ਪਹਿਲੀ ਗੱਲ ਆਪਾਂ ਧਿਆਨ 'ਚ ਰੱਖਣੀ ਆ, ਜਿਹੜੀ ਸਿੱਧੀ ਬਿਜਾਈ ਆਪਾਂ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ 'ਚ ਕਰਨੀ ਆ। ਰੇਤਲੀਆਂ ਜ਼ਮੀਨਾਂ ਦੇ ਵਿੱਚ ਆਪਾਂ ਇਹਦੀ ਬਿਜਾਈ ਨਹੀਂ ਕਰਨੀ, ਕਿਉਂਕਿ ਰੇਤਲੀਆਂ ਜ਼ਮੀਨਾਂ ਦੇ ਵਿੱਚ ਇੱਕ ਤਾਂ ਪਾਣੀ ਬਹੁਤ ਜ਼ਿਆਦਾ ਲਾਉਣੇ ਪੈਂਦੇ ਆ, ਲੋਹੇ ਦੀ ਜ਼ਿਆਦਾ ਘਾਟ ਆ ਜਾਂਦੀ ਆ, ਤੇ ਜ਼ਿਆਦਾ ਪਾਣੀ ਲਾਉਣ ਕਰਕੇ ਜਿਹੜੀ ਨਦੀਨਾਂ ਦੀ ਸਮੱਸਿਆ ਵੀ ਜ਼ਿਆਦਾ ਆ ਜਾਂਦੀ ਆ। ਸੋ ਜੇ ਤੁਹਾਡੀਆਂ ਜ਼ਮੀਨਾਂ ਜਿਹੜੀਆਂ ਦਰਮਿਆਨੀਆਂ ਤੋਂ ਭਾਰੀਆਂ ਹੈ ਤਾਂ ਉਹ ਤੁਹਾਡੀ ਸਿੱਧੀ ਬਿਜਾਈ ਲਈ ਅਨੁਕੂਲ ਨੇ। ਦੂਸਰਾ ਜਿਹੜਾ ਜਿਹੜੇ 4-5 ਸਵਾਲ ਇਹ ਸੀਗੇ ਵੀ ਬਿਜਾਈ ਦਾ ਸਹੀ ਜਿਹੜਾ ਵੀ ਸਮਾਂ ਕੀ ਹੈ ਜੀ। ਕਿਸਾਨ ਵੀਰੋ, ਝੋਨੇ ਸਿੱਧੀ ਬਿਜਾਈ ਦਾ ਸਹੀ ਸਮਾਂ ਅੱਜ ਤੋਂ ਸ਼ੁਰੂ ਹੁੰਦਾ ਹੈ। 1 ਤੋਂ 15 ਜੂਨ ਆ ਜਿਹੜਾ ਜੂਨ ਦਾ ਪਹਿਲਾ ਪੰਦਰਵਾੜਾ ਝੋਨੇ ਸਿੱਧੀ ਬਿਜਾਈ ਲਈ ਢੁਕਵਾਂ ਸਮਾਂ ਜੀ। ਸੋ ਇਹਦੇ ਵਿੱਚ ਤੁਸੀਂ ਆਪਣੀਆਂ ਥੋੜੇ ਸਮੇਂ ਵਿੱਚ ਵਧਣ ਵਾਲੀਆਂ ਤੇ ਦਰਮਿਆਨੇ ਸਮੇਂ ਵਿੱਚ ਵਧਣ ਵਾਲੀਆਂ ਜਿਹੜੀਆਂ ਝੋਨੇ ਦੀਆਂ ਕਿਸਮਾਂ ਤੁਸੀਂ ਲਾ ਸਕਦੇ ਹੋ, ਜਿਵੇਂ ਕਿ ਪਰਮਲ ਦੀਆਂ ਆਪਣੀਆਂ PR 121, PR 122, PR 126, PR 127 ਤੇ ਬਾਸਮਤੀ ਦੀਆਂ ਆਪਣੀਆਂ ਪੂਸਾ ਬਾਸਮਤੀ 1509, ਪੂਸਾ ਬਾਸਮਤੀ 1121, ਪੂਸਾ ਬਾਸਮਤੀ 1718। ਸੋ ਜੂਨ ਦਾ ਪਹਿਲਾ ਪੰਦਰਵਾੜਾ ਬਹੁਤ ਢੁਕਵਾਂ ਸਮਾਂ ਜੀ, ਤੁਸੀਂ ਇਹਦੀ ਬਿਜਾਈ ਹੁਣ ਸਟਾਰਟ ਕਰ ਸਕਦੇ ਹੋ। ਜੇ ਆਪਾਂ ਕਈ ਵਾਰੀ ਵੀ 15 ਜੂਨ ਤੋਂ ਬਾਅਦ ਵੀ ਆਪਾਂ ਜਿਹੜੀਆਂ ਘੱਟ ਸਮੇਂ 'ਚ ਪੱਕਣ ਵਾਲੀਆਂ ਕਿਸਮਾਂ PR 126 ਹੈ ਜਿਸ ਤਰ੍ਹਾਂ, ਉਹਦੀ ਆਪਾਂ ਜੂਨ ਤੋਂ 15 ਜੂਨ ਤੋਂ ਬਾਅਦ ਵੀ ਬਿਜਾਈ ਕਰ ਸਕਦੇ ਹਾਂ ਜੀ। 15 ਤੋਂ ਆਪਾਂ 25-30 ਜੂਨ ਤੱਕ ਵੀ ਆਪਾਂ ਬਿਜਾਈ ਕਰ ਸਕਦੇ ਹਾਂ, ਬਹੁਤ ਵਧੀਆ ਝਾੜ ਦੇ ਦਿੰਦੀ ਆ। ਇੱਕ ਹੋਰ ਜਿਹੜਾ ਕਈ ਵਾਰੀ ਜ਼ਿਮੀਂਦਾਰਾਂ ਦਾ ਸਵਾਲ ਆਉਂਦਾ ਹੈ ਕਿ ਜੇ ਤਾਂ ਆਪਾਂ ਕਣਕ ਬੀਜਣੀ ਆ ਫਿਰ ਤਾਂ ਇਹ ਸਮਾਂ ਠੀਕ ਹੈ ਜੀ। ਜੇ ਕਈ ਜ਼ਿਮੀਂਦਾਰਾਂ ਨੇ ਝੋਨੇ ਤੋਂ ਬਾਅਦ ਆਲੂ ਜਾਂ ਮਟਰ ਲਾਉਣੇ ਆ, ਉਹਨਾਂ ਨੂੰ ਅਸੀਂ ਇਹ ਸਿਫਾਰਿਸ਼ ਕਰਦੇ ਹਾਂ ਵੀ ਤੁਸੀਂ ਥੋੜੇ ਸਮੇਂ ਵਿੱਚ ਜਿਹੜੀ ਪੱਕਣ ਵਾਲੀ ਕਿਸਮ PR 126 ਬੀਜੋ। ਸੋ ਜਿਹੜੇ ਕਿਸਾਨ ਵੀਰਾਂ ਨੇ ਆਲੂ ਜਾਂ ਮਟਰ ਲਾਉਣੇ ਆ ਉਹ PR 126 ਇਸੇ ਹਫ਼ਤੇ ਬੀਜ ਦੇਣ, ਤਾਂ ਕਿ ਉਹਦਾ ਖੇਤ ਆ ਜਿਹੜਾ ਉਹ ਜਦੋਂ ਉਹਨਾਂ ਨੇ ਆਲੂ ਤੇ ਆਪਣਾ ਮਟਰ ਬੀਜਣੇ ਉਹ ਟਾਈਮ ਤੇ ਖੇਤ ਆ ਜਿਹੜੀ ਵਿਹਲਾ ਕਰ ਦੂਗੀ ਜੀ। ਇੱਕ ਸਵਾਲ ਸੀਗਾ ਜੀ ਬਿਜਾਈ ਤੋਂ ਤੁਰੰਤ ਬਾਅਦ ਆਪਾਂ ਸਪਰੇਅ ਕਿਹੜੀ ਕਰਨੀ ਆ। ਕਿਸਾਨ ਵੀਰੋ, ਪਹਿਲਾਂ ਆਪਾਂ ਜ਼ਮੀਨ ਦੱਸਿਆ ਸੀ, ਦੂਜੀ ਆ ਜਿਹੜੀ ਸਮਾਂ ਹੋ ਗਿਆ ਕਿ ਕਿਸਮਾਂ ਹੋ ਗਈਆਂ। ਹੁਣ ਇਹ ਆ ਵੀ ਇੱਕ ਨਦੀਨਾਂ ਦੀ ਜਿਹੜੀ ਇੱਕ ਬਹੁਤ ਰੋਕਥਾਮ ਬਹੁਤ ਅਹਿਮ ਹੈਗੀ ਸਿੱਧੀ ਬਿਜਾਈ ਦੇ ਵਿੱਚ, ਜਿਹੜੀ ਕਿ ਸਮੱਸਿਆ ਆ ਜਾਂਦੀ ਹੈ। ਕਿਉਂਕਿ ਜਿਹੜਾ ਆਪਾਂ ਕੱਦੂ ਕਰਕੇ ਝੋਨਾ ਲਾਉਣੇ ਆ, ਪਹਿਲਾਂ ਤਾਂ ਆਪਾਂ ਕੱਦੂ ਕਰ ਦਿੰਦੇ ਆ, ਫਿਰ ਪਾਣੀ ਖੜਾ ਦਿੰਦੇ ਆ, ਉਹਦਾ ਕਰਕੇ ਜਿਹੜੇ ਕੱਖ ਜਿਹੜੇ ਘੱਟ ਆਉਂਦੇ ਆ। ਸੋ ਇਹਦੇ ਵਿੱਚ ਪਾਣੀ ਦਾ ਖੜਾ ਕਰਨਾ ਨਹੀਂ ਆਪਾਂ, ਨਾ ਕੱਦੂ ਕਰਨਾ। ਸੋ ਨਦੀਨਾਂ ਦੀ ਰੋਕਥਾਮ ਆ ਜਿਹੜੀ ਇਹਦੇ ਵਿੱਚ ਸਾਨੂੰ ਥੋੜਾ ਧਿਆਨ ਰੱਖਣਾ ਪੈਂਦਾ। ਰੋਕਥਾਮ ਕਰਨੀ ਕੋਈ ਔਖੀ ਨਹੀਂ। ਸੋ ਇਹਦੇ ਲਈ ਜਿਹੜੀ ਆਪਾਂ ਧਰ ਬੱਤਰ ਜਿਹੜੀ ਆਪਾਂ ਕਹਿੰਦੇ ਆ, ਪਹਿਲਾਂ ਤੁਸੀਂ ਆਪਣਾ ਖੇਤ ਲੇਜ਼ਰ ਲੈਵਲ ਕਰਾ ਲਓ, ਉਸ ਤੋਂ ਬਾਅਦ ਉਹਨੂੰ ਪਾਣੀ ਲਾ ਦਿਓ, ਰੌਣੀ ਕਰ ਦਿਓ। ਰੌਣੀ ਕਰਨ ਤੋਂ ਬਾਅਦ ਜਿੱਦੇ ਖੇਤ ਤੁਹਾਡਾ ਧਰ ਬੱਤਰ ਆ ਗਿਆ, ਧਰ ਬੱਤਰ ਦਾ ਮਤਲਬ ਕੀ ਹੈ ਵੀ ਜਦੋਂ ਤੁਸੀਂ ਵਹਾਈ ਕਰਨੀ ਹੈ ਟਰੈਕਟਰ ਦੀਆਂ ਗੁੱਡੀਆਂ ਖੁੱਬਦੀਆਂ ਹੋਣੀਆਂ ਚਾਹੀਦੀਆਂ ਵੀ ਉਦੋਂ ਹੋਸ਼ਾ ਜਿਹਾ ਵਾਹ ਲਓ, ਬਸ 2 ਇੰਚ ਤੱਕ ਵਾਹ ਕੇ ਸੁਹਾਗੇ ਮਾਰ ਦਿਓ, 2 ਸੁਹਾਗੇ ਮਾਰ ਦਿਓ। ਜੇ ਤੁਸੀਂ 3 ਵੀ ਮਾਰ ਸਕਦੇ ਹੋ ਵੀ ਤੁਹਾਡੀ ਜਿਹੜੀ ਖੇਤ ਉਤੋਂ ਟਾਈਟ ਹੋ ਜੇ। ਦੁਪਹਿਰ ਤੋਂ ਬਾਅਦ ਤਿਆਰੀ ਕਰਨੀ ਸ਼ੁਰੂ ਕਰੋ ਆਪਣੇ ਖੇਤ ਦੀ, ਕਿਉਂਕਿ ਧੁੱਪ ਜ਼ਿਆਦਾ ਹੁੰਦੀ ਆ। ਤੇ ਸ਼ਾਮ ਨੂੰ ਜਿਹੜੀ ਬਿਜਾਈ ਕਰ ਦਿਓ। ਬਿਜਾਈ ਕਰਕੇ ਜਿੰਨੀ ਤੁਸੀਂ ਬਿਜਾਈ ਕਰਨੀ ਆ, ਤੁਸੀਂ ਇਹ ਕੋਸ਼ਿਸ਼ ਕਰਨਾ ਵੀ ਸ਼ਾਮ ਨੂੰ ਤੁਸੀਂ ਸਪਰੇਅ ਕਰਕੇ ਬਾਹਰ ਨਿਕਲਣਾ। ਸਪਰੇਅ ਲਈ ਜਿਹੜੀ ਸਟੰਪ ਦਵਾਈ ਆ ਜੀ 30 EC 30 ਤਾਕਤ ਦੀ, ਜਾਂ ਬੰਕਰ ਦੇ ਨਾਂ ਥੱਲੇ ਵੀ ਆਉਂਦੀ ਆ, ਇਹਦੇ ਵਿੱਚ ਪੈਂਟੀਮੈਥਾਲੀਨ ਤੱਤ ਹੁੰਦਾ। ਸੋ ਇਹ ਦਵਾਈ ਤੁਸੀਂ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ 'ਚ ਪਾ ਕੇ ਸਪਰੇਅ ਕਰਨੀ ਆ। ਸੋ ਸਪਰੇਅ ਸ਼ਾਮ ਨੂੰ ਤੁਸੀਂ ਕਰਕੇ ਬਾਹਰ ਨਿਕਲਣਾ, ਕਿਉਂਕਿ ਰਾਤ ਫਿਰ ਠੰਡੀ ਹੁੰਦੀ ਆ। ਦੂਜੇ ਦਿਨ ਤੇ ਨਹੀਂ ਲੈ ਕੇ ਜਾਣਾ, ਕੋਸ਼ਿਸ਼ ਕਰੋ। ਸੋ ਜਿਹੜਾ ਆਪਾਂ ਜਿੰਨੀ ਵੀ ਬੱਤਰ 'ਚ ਬਿਜਾਈ ਕਰਨੀ ਆ, ਉਹਦੇ ਵਿੱਚ ਆਪਾਂ ਸਿਰਫ ਜਿਹੜੀ ਪੈਂਟੀਮੈਥਾਲੀਨ 30 ਤਾਕਤ ਵਾਲੀ ਵਰਤਣੀ ਆ। ਸੋ ਇਹਦਾ ਤੁਸੀਂ ਧਿਆਨ ਰੱਖਣਾ। ਸੋ ਜੇ ਇਹ ਆਪਾਂ ਸਹੀ ਸਮੇਂ ਬਿਜਾਈ ਕਰਕੇ ਆਪਾਂ ਇੱਕ ਜਿਹੜੀ ਬਿਜਾਈ ਹੈ ਜਿਹੜੀ ਉਹ ਆਪਾਂ 1.25 ਤੋਂ 1.5 ਇੰਚ ਕਰਨੀ ਆ। 1.5 ਇੰਚ ਤੋਂ ਜ਼ਿਆਦਾ ਡੂੰਘਾ ਨਹੀਂ ਜਾਣਾ, ਜ਼ਿਆਦਾ ਹੋਸ਼ੀ ਨਹੀਂ ਬਿਜਾਈ ਕਰਨੀ। ਸੋ ਇਹਦੇ ਵਿੱਚ ਜਿਹੜਾ ਤੁਹਾਡੀ ਜਿਹੜੀ ਜਰਮੀਨੇਸ਼ਨ ਵਧੀਆ ਹੋ ਜਾਂਦੀ ਹੈ। ਸੋ ਕਈ ਕਿਸਾਨ ਵੀਰਾਂ ਨੇ ਪੂਰੀ ਤਕਨੀਕ ਪੁੱਛੀ ਸੀ। ਸੋ ਕਿਸਾਨ ਵੀਰੋ, ਜਦੋਂ ਆਪਾਂ ਇਹਨੂੰ ਤਰ ਬੱਤਰ ਦੇ ਵਿੱਚ ਬੀਜਦੇ ਹਾਂ ਤਾਂ ਤੁਸੀਂ ਇੱਕ ਤਾਂ ਤੁਸੀਂ ਬਿਜਾਈ ਟਾਈਮ ਤੇ ਕਰਤੀ, ਤਰ ਬੱਤਰ ਖੇਤ ਦੇ ਵਿੱਚ ਕਰਤੀ, ਵਧੀਆ ਡੁੰਗਾਈ ਦੇ ਨਾਲ ਕਰਤੀ, ਫਿਰ ਸਪਰੇਅ ਨਾਲ ਕਰਤੀ। ਉਸ ਤੋਂ ਬਾਅਦ ਫਿਰ ਤਕਰੀਬਨ 21 ਦਿਨ ਤੱਕ ਸਾਨੂੰ ਇਹਨੂੰ ਪਾਣੀ ਲਾਉਣ ਦੀ ਲੋੜ ਨਹੀਂ ਪੈਂਦੀ। ਸੋ 21 ਦਿਨ ਤੱਕ ਪਾਣੀ ਜਿੰਨਾ ਜਿਵੇਂ ਝੋਨੇ ਨੂੰ ਸਾਡੇ ਦਿਮਾਗ 'ਚ ਇਹ ਵੀ ਪਾਣੀ ਬਹੁਤ ਜ਼ਿਆਦਾ ਚਾਹੀਦਾ। ਸੋ ਜਿੰਨਾ ਪਾਣੀ ਲੇਟ ਕਰਾਂਗੇ ਉਹਨੇ ਸਾਡੀ ਕੱਖਾਂ ਦੀ ਸਮੱਸਿਆ ਘੱਟ ਆਊਗੀ ਤੇ ਲੋਹੇ ਦੀ ਸਮੱਸਿਆ ਜਿਹੜੀ ਘਾਟ ਹੈ ਜਿਹੜੀ ਉਹ ਘੱਟ ਆਊਗੀ। ਪਹਿਲਾ ਜਿਹੜਾ ਸਵਾਲ ਸੀ ਮਿਸਟਰ ਸੁਖ ਲਾਹੌਰੀਆ ਜੀ ਦਾ ਵੀ ਇਹਨਾਂ ਨੇ ਬੀ ਭਿਉਂਤਾ ਨਹੀਂ ਗਾ, ਖੇਤ ਪੂਰਾ ਬੱਤਰ ਸੀਗਾ। ਸੋ ਕਿਸਾਨ ਵੀਰੋ, ਵੈਸੇ ਤਾਂ ਆਪਾਂ ਕਹਿੰਦੇ ਆ ਵੀ ਬੀ ਆਪਾਂ 8 ਤੋਂ 10 ਘੰਟੇ ਭਿਉਂ ਲਓ, ਕਿਉਂਕਿ ਉਹਦੇ ਨਾਲ ਜੇ ਤੁਸੀਂ ਬੀ ਨਹੀਂ ਭਿਉਂਤਾ ਬੱਤਰ 'ਚ ਬੀਜਤਾ ਤਾਂ ਕੋਈ
ਘਬਰਾਉਣ ਵਾਲੀ ਗੱਲ ਨਹੀਂ, ਇੱਕ ਦਿਨ ਲੇਟ ਨਿਕਲਿਆ ਆਊਗਾ, ਹੋਰ ਕੋਈ ਸਮੱਸਿਆ ਨਹੀਂ। ਉਹ ਛੇਤੀ ਨਿਕਲਿਆ ਆਉਂਦਾ, ਇਹ ਇੱਕ ਦਿਨ ਲੇਟ ਨਿਕਲੂਗਾ, ਉਹ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਵਾਲੀ ਗੱਲ ਨਹੀਂ। ਤੀਸਰਾ ਸੀਗਾ ਜੀ ਸਰਦਾਰ ਰੂਹੀ ਦਾ ਜੀ, ਇਹ ਝੋਨਾ ਉਹਨਾਂ ਨੇ ਜੀ ਰੇਤਲੀ ਜ਼ਮੀਨ ਦੇ ਵਿੱਚ ਬੀਜਤਾ, ਉਦੋਂ ਬਾਅਦ ਸੁਹਾਗਾ ਮਾਰਤਾ ਜੀ। ਕਿਸਾਨ ਵੀਰੋ ਪਹਿਲਾਂ ਜਿਵੇਂ ਦੱਸਿਆ ਵੀ ਅਸੀਂ ਰੇਤਲੀ ਜ਼ਮੀਨ ਦੇ ਵਿੱਚ ਇਹਦੀ ਸਿਫਾਰਿਸ਼ ਨਹੀਂ ਕਰਦੇ, ਪਰ ਜੇ ਤੁਸੀਂ ਬਿਜਾਈ ਕਰਤੀ ਆ, ਸੁਹਾਗਾ ਮਾਰਤਾ, ਥੋੜਾ ਜਿਹਾ ਉਹ ਜਾਣੀ ਕਿ ਗਿੱਲ ਨੂੰ ਸਾਂਭਣ ਦੇ ਵਿੱਚ ਇਹ ਰੱਖੂਗਾ। ਸੋ ਇਹ ਧਿਆਨ ਰੱਖੋ ਵੀ ਤੁਹਾਨੂੰ ਪਾਣੀ ਅਗੇਤਾ ਲਾਉਣਾ ਪਊਗਾ, ਉਹ ਧਿਆਨ ਰੱਖਣਾ ਵੀ ਜਦੋਂ ਵੀ ਢੰਗੂਰ ਮਾਰੂਗਾ, ਕਿਉਂਕਿ ਰੇਤਲੀ ਜ਼ਮੀਨ ਦੇ ਵਿੱਚ ਪਾਣੀ ਬਹੁਤ ਛੇਤੀ ਸੁੱਕ ਜਾਂਦਾ ਹੈ। ਸੋ ਇਹਦੇ ਤੁਸੀਂ 21 ਦਿਨ ਵੇਟ ਨਹੀਂ ਕਰਨਾ, ਜਦੋਂ ਵੀ ਤੁਹਾਨੂੰ ਲੱਗੇ ਹਰ ਰੋਜ਼ ਇਹਨੂੰ ਦੇਖਣਾ ਹੈ ਤਾਂ ਪਾਣੀ ਛੇਤੀ ਲਾ ਦਿਓ, ਇਹਨੂੰ ਲੇਟ ਨਾ ਕਰਿਓ। ਆਪਾਂ ਅਵਤਾਰ ਸਿੰਘ ਜੀ ਦਾ ਇੱਕ ਸੀ ਪੁੱਤਰ ਬਰਿਆਮ ਸਿੰਘ ਜੀ, ਜ਼ਿਲ੍ਹਾ ਫਿਰੋਜ਼ਪੁਰ ਤੋਂ ਆਇਆ ਸੀ। 72 ਬੀਜੇ ਝੋਨੇ ਨੂੰ ਪਾਣੀ ਕਿੰਨੀ ਦੇਰ ਬਾਅਦ ਲਾਉਣਾ ਹੈ? ਸੋ ਕਿਸਾਨ ਵੀਰੋ ਜਿਵੇਂ ਆਪਾਂ ਪਹਿਲਾਂ ਦੱਸਿਆ ਵੀ ਜੇ ਆਪਾਂ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਦੇ ਵਿੱਚ ਸਿੱਧੀ ਬਿਜਾਈ ਕੀਤੀ ਆ, ਤਰ-ਬੱਤਰ ਖੇਤ ਦੇ ਵਿੱਚ ਕੀਤੀ ਆ, ਤਾਂ ਤੁਸੀਂ ਤਕਰੀਬਨ 21 ਦਿਨ ਬਾਅਦ ਜਾ ਕੇ ਪਾਣੀ ਲਾਉਣਾ ਜੀ। ਉਸ ਤੋਂ ਪਹਿਲਾਂ ਤੁਹਾਨੂੰ ਪਾਣੀ ਲਾਉਣ ਦੀ ਕੋਈ ਜ਼ਰੂਰਤ ਨਹੀਂ। ਕਰੰਟ ਦੇ ਨਾਲ ਰਿਲੇਟਡ ਸਵਾਲ ਨੇ ਜੀ ਸਾਡੇ ਤੁਹਾਡੇ, ਤੇ ਇਹਦੇ ਵਿੱਚ ਮਸਲੇ 2-3 ਨੇ ਜੀ। ਇੱਕ ਅਸੀਂ ਆਪਣੀ ਸਿਫਾਰਿਸ਼ ਦੇ ਅਨੁਸਾਰ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਰਹੇ ਹਾਂ, ਐਡਵਾਈਜ਼ਰੀ ਜਾਰੀ ਕਰਦੇ ਰਹੇ ਹਾਂ ਬਈ ਮਈ ਦੇ ਵਿੱਚ ਝੋਨਾ ਨਾ ਬੀਜੋ, ਤੇ ਨੰਬਰ 2-3 ਚੀਜ਼ਾਂ ਹੋਰ ਅਸੀਂ ਕਰਦੇ ਰਹੇ ਹਾਂ, ਮੈਂ ਫੇਰ ਦੱਸੂਗਾ। ਮਈ ਦੇ ਵਿੱਚ ਇਸ ਕਰਕੇ ਅਸੀਂ ਗੁਰੇਜ਼ ਕਰਦੇ ਹਾਂ, ਹੀਟ ਬਹੁਤ ਹੁੰਦੀ ਆ। ਅਖੀਰਲੇ ਹਫਤੇ ਤਕਰੀਬਨ ਜੇ ਪਿਛਲੇ ਸਾਲਾਂ ਦੇ ਰਿਕਾਰਡ ਦੇਖੀਏ, ਅਖੀਰਲੇ ਹਫਤੇ ਹੀਟ ਵੇਵ ਚੱਲਦੀ ਆ, ਉਸ ਤੋਂ ਬਾਅਦ ਮੀਂਹ ਪੈਂਦਾ। ਅਸਲੀ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਅੱਜ ਤੋਂ ਸਮਾਂ ਸ਼ੁਰੂ ਆ, 15 ਦਿਨ ਦੱਬ ਕੇ ਲਾ ਲਓ, ਇਹ ਲਾਹੇ ਦੇ ਦਿਨ ਨੇ, ਇਹ ਬਿਜਾਈ ਲਈ ਢੁਕਵੇਂ ਨੇ। ਪਰ ਜੇ ਹੁਣ ਆਪਾਂ ਪੰਗਾ ਲੈ ਲਿਆ ਤਾਂ ਉਹਦਾ ਹੱਲ ਇਹ ਦੱਸਦੇ ਆ ਵੀ ਜਿੱਥੇ ਕਰੰਟ ਹੋਈ ਆ ਤੁਹਾਡੇ, ਉੱਥੇ ਸਿੰਪਲ ਹੱਲ ਨੇ। ਪਰ ਉਹਦੇ ਨਾਲ ਮੈਂ ਤੁਹਾਨੂੰ ਇੱਕ ਚੀਜ਼ ਸਭ ਤੋਂ ਪਹਿਲਾਂ ਦੱਸੂਗਾ ਵੀ ਅੱਜ ਤੁਹਾਨੂੰ ਉਸ ਚੀਜ਼ ਦੀ ਅਹਿਮੀਅਤ ਪਤਾ ਲੱਗੂ ਵੀ ਅਸੀਂ ਕਿਉਂ ਲਿਖਦੇ ਹਾਂ, ਕਿਉਂ ਸਿਫਾਰਿਸ਼ ਕੀਤੀ ਆ ਜਿਹੜੀ ਬਿਜਾਈ ਆ ਘੇਰੇ ਦੀ ਬਜਾਏ ਰੈਲਾਂ ਵਿੱਚ ਕਰੋ। ਜਿਨ੍ਹਾਂ ਵੀਰਾਂ ਦੇ ਕਰੰਟ ਹੋਈ ਆ ਉਹਨਾਂ ਨੇ ਕੋਸ਼ਿਸ਼ ਇਹ ਕਰਨੀ ਆ ਵੀ ਜਦੋਂ ਖੇਤ 'ਚ ਪੈਰ ਧਰਾਵਾ ਹੋ ਜਾਵੇ, ਜਿਹੜਾ ਪੇਪੜੀ ਬਣਦੀ ਆ, ਸੋਇਲ ਕਰਸਟ ਬਣਦੀ ਆ, ਜਿਹੜਾ ਲੈਂਟਰ ਲੱਗਦਾ, ਉਹ ਲੈਂਟਰ ਲੱਗਣ ਤੋਂ ਪਹਿਲਾਂ ਤੁਸੀਂ 3-4 ਚੀਜ਼ਾਂ ਵਰਤ ਸਕਦੇ ਹੋ ਕਰੰਟ ਤੋੜਨ ਨੂੰ। ਪਹਿਲਾਂ ਤਾਂ ਸਭ ਤੋਂ ਪਹਿਲਾਂ ਸਰੀਆਂ ਵਾਲੀ ਕਰੰਡੀ ਆ, ਜਿਹਨੂੰ ਇੱਧਰ ਆਪਣੇ ਬਠਿੰਡੇ, ਫਰੀਦਕੋਟ, ਫਾਜ਼ਿਲਕਾ ਇਹ ਜ਼ਿਲ੍ਹਿਆਂ ਦੇ ਵਿੱਚ ਈਵਨ ਜਗਰਾਉਂ ਤੱਕ ਉਹਨੂੰ ਜਾਲ ਵੀ ਕਹਿ ਦਿੰਦੇ ਨੇ। ਉਸ ਚੀਜ਼ ਦੇ ਨਾਲ ਤੁਸੀਂ ਉਹਨੂੰ ਅੱਧਾ ਇੰਚ ਲਾਉਣਾ ਤੇ ਕਰੰਟ ਤੋੜ ਲਓ। ਜੇਕਰ ਉਹ ਤੁਹਾਡੇ ਕੋਲੇ ਨਹੀਂ ਉਪਲਬਧ ਹੈਗੀ ਕਰੰਟ ਤੋੜਨ ਲਈ, ਤਾਂ ਤੁਸੀਂ ਜਿਹੜੀ ਵੀ ਜ਼ੀਰੋ ਟਿਲ ਡਰਿਲ ਆ ਤੁਹਾਡੇ ਕੋਲੇ, ਚਾਹੇ ਉਹ ਕਣਕ ਵਾਲੀ ਆ, ਚਾਹੇ ਝੋਨੇ ਦੀ ਸਿੱਧੇ ਬਿਜਾਈ ਵਾਲੀ ਆ, ਉਸ ਨੂੰ ਤੁਸੀਂ ਇਸਤੇਮਾਲ 'ਚ ਲਿਆ ਸਕਦੇ ਹੋ। ਉਹਨੂੰ ਕੀ ਕਰਨਾ, ਜਿਹੜੀ ਉਹਦੀ ਡੰਗਾਈ ਆ ਤਕਰੀਬਨ ਅੱਧਾ ਤੋਂ ਪੌਣੇ ਇੰਚ ਦੇ ਗੱਬੇ ਕਰ ਲੈਣੀ ਆ। ਉਹ ਕਿੱਦਾਂ ਹੋਊਗੀ, ਲਿਫਟ ਦੇ ਉੱਤੋਂ ਤੁਹਾਡੀ ਇੰਨੀ ਬਰੀਕੀ ਦੇ ਨਾਲ, ਇੰਨੀ ਪ੍ਰਸੀਜਨ ਦੇ ਨਾਲ ਜਿਹੜੀ ਉਹਦੀ ਡੰਗਾਈ ਆ ਉਹ ਸੈੱਟ ਨਹੀਂ ਹੋਣੀ। ਤੁਸੀਂ ਉਹਦੇ ਥੱਲੇ 2 ਡੰਗਾਈ ਨੂੰ ਕਾਬੂ ਕਰਨ ਵਾਲੇ ਪਹੀਏ ਲੱਗੇ ਹੁੰਦੇ ਆ, ਉਹਨਾਂ ਨੂੰ ਤੁਸੀਂ ਸੈੱਟ ਕਰ ਲਓ। ਉਹਨਾਂ ਨੂੰ ਤੁਸੀਂ ਇਹ ਹਿਸਾਬ ਨਾਲ ਸੈੱਟ ਕਰ ਲਓ ਜਿਹੜੇ ਫਾਲੇ ਨੇ ਅੱਧਾ ਪੌਣਾ ਇੰਚ ਡੂੰਘੇ ਜਾਣ। ਉਹਦੇ ਨਾਲ ਤੁਸੀਂ ਰੈਲਾਂ ਰੁੱਖ ਹੀ ਆ ਜਿਹੜੀ ਮਤਲਬ ਉਹਦੀ ਕਰੰਟ ਭੰਨਣੀ ਆ। ਤੇ ਨੰਬਰ 2 ਇੱਥੇ ਮੈਂ ਇਹ ਬੇਨਤੀ ਜ਼ਰੂਰ ਕਰ ਦੂੰਗਾ, ਜਿਹੜੀ ਅਸੀਂ ਤੁਹਾਨੂੰ ਬੇਨਤੀ ਪਹਿਲਾਂ ਕਰਦੇ ਰਹੇ ਹਾਂ, ਸਿਫਾਰਿਸ਼ ਕਰੀ ਆ ਵੀ ਜਿਹੜੀ ਬਿਜਾਈ ਆ ਰੈਲਾਂ 'ਚ ਕਰੋ। ਹੁਣ ਕਈ ਕਿਸਾਨ ਵੀਰ ਮੈਨੂੰ ਫੋਨ ਤੇ ਵੀ ਪੁੱਛਦੇ ਆ ਵੀ ਜਦੋਂ ਕਰੰਟ ਤੋੜਦੇ ਆ ਤਾਂ ਕੁਝ ਬੂਟੇ ਬਾਹਰ ਆਏ ਹੁੰਦੇ ਆ, ਉਹਨਾਂ ਦਾ ਡੈਮੇਜ ਹੁੰਦਾ। ਉਹ ਜਦੋਂ ਆਡੇ ਲੋਟ ਲੱਗ ਜਾਂਦੀ ਆ ਕਰੰਡੀ ਤੁਹਾਡੀ, ਜਦੋਂ ਤੁਸੀਂ ਘੇਰੇ ਨਾਲ ਝੋਨਾ ਬੀਜਿਆ ਉਹਦੇ ਵਿੱਚ ਡੈਮੇਜ ਥੋੜਾ ਜਿਹਾ ਜ਼ਿਆਦਾ ਆਉਂਦਾ। ਪਰ ਜੇ ਤੁਸੀਂ ਰੈਲਾਂ ਦੇ ਨਾਲ ਝੋਨਾ ਬੀਜਿਆ ਹੋਇਆ, ਉੱਥੇ ਤੁਹਾਡੀ ਕਰੰਡੀ ਆ ਜਾਂ ਜਿਹੜੀ ਵੀ ਕਰੰਡੀ ਦੇ ਥਾਂ ਤੇ ਜਿਹੜਾ ਵੀ ਤੁਸੀਂ ਇੰਪਲੀਮੈਂਟ ਜਾਂ ਔਜ਼ਾਰ ਵਰਤ ਰਹੇ ਹੋ, ਚਾਹੇ ਜ਼ੀਰੋ ਟਿਲ ਵਾਲੇ ਫਾਲਿਆਂ ਵਾਲੀ ਡਰਿਲ ਵਰਤ ਰਹੇ ਹੋ, ਉਹ 'ਚ ਤੁਹਾਡਾ ਡੈਮੇਜ ਨਹੀਂ ਹੋਏਗਾ। ਪਾਣੀ ਲਾਉਣ ਦੀ ਆਪਾਂ ਨੂੰ ਲੋੜ ਨਹੀਂ, ਤੁਸੀਂ ਕਰੰਟ ਭੰਨ ਲਓ। ਹਾਂ, ਜੇ 10-20-30% ਝੋਨਾ ਬਾਹਰ ਵੀ ਆਇਆ, ਉਹ ਹਾਲਾਤਾਂ ਦੇ ਵਿੱਚ ਵੀ ਤੁਹਾਨੂੰ ਪਾਣੀ ਵੱਲ ਕਰੰਟ ਭੰਨਣੀ ਚਾਹੀਦੀ ਆ, ਨਾ ਕਿ ਪਾਣੀ ਲਾਉਣਾ ਚਾਹੀਦਾ। ਹਾਂ, ਇੱਕ ਕਿਸਾਨ ਵੀਰ ਦਾ ਸਵਾਲ ਸੀ ਜਿਹੜਾ 17-18 ਦਿਨ ਦਾ ਝੋਨਾ ਹੋ ਗਿਆ, ਉੱਥੇ ਕਰੰਟ ਹੋਣ ਦਾ ਮਤਲਬ ਹੀ ਨਹੀਂ ਰਹਿੰਦਾ, ਕਿਉਂਕਿ ਉੱਥੇ 17-18 ਦਿਨ ਦਾ ਜਦੋਂ ਝੋਨਾ ਹੋ ਜਾਂਦਾ, ਉਹ ਬੂਟਾ ਕਾਫੀ ਵੱਡਾ ਹੋ ਜਾਂਦਾ, ਉੱਤੋਂ ਬਾਹਰ ਆ ਜਾਂਦਾ। ਹਾਂ, 1-2 ਦਿਨਾਂ ਦਾ ਤੁਸੀਂ ਕੰਪਰੋਮਾਈਜ਼ ਕਰ ਸਕਦੇ ਹੋ। ਜੇ ਤੁਹਾਡੇ 21 ਦੀ ਬਜਾਏ 19 ਦਿਨ ਤੇ ਤੁਹਾਨੂੰ ਪਾਣੀ ਬਣਦਾ ਤਾਂ ਤੁਸੀਂ ਲਾ ਸਕਦੇ ਹੋ। ਜ਼ਿਆਦਾ ਪਹਿਲਾਂ ਪਾਣੀ ਨਾ ਲਾਓ, ਡਾਕਟਰ ਸਾਹਿਬ ਦੱਸ ਕੇ ਗਏ ਨੇ ਉਹਦੀਆਂ ਸਮੱਸਿਆਵਾਂ ਪਾਣੀ ਦੇ ਨਾਲ ਆਪਣੀਆਂ ਵੱਧਦੀਆਂ, ਨਦੀਨ ਦਾ ਹੱਲਾ ਵੱਧਦਾ, ਬੂਟੇ ਦਾ ਵਾਧਾ ਰੁਕਦਾ, ਸੂਖਮ ਤੱਤਾਂ ਦੀ ਘਾਟ ਜ਼ਿਆਦਾ ਆਉਂਦੀ ਹੈ ਜੀ। ਰੋਟਾਵੇਟਰ ਆ, ਪ੍ਰੈਜ਼ੈਂਟਲੀ ਰੋਟਾਵੇਟਰ ਦਾ ਇੱਕ ਸੁਧਰਿਆ ਵਰਜ਼ਨ ਆ ਜਿਹਨੂੰ ਆਪਾਂ ਸੁਪਰ ਸੀਟਰ ਕਹਿੰਦੇ ਆ, ਇੱਕ ਰੋਟਾਵੇਟਰ ਆ। ਦੋਨਾਂ ਦੇ ਸਿਰਫ ਬਲੇਡਾਂ 'ਚ ਫਰਕ ਆ। ਜਿਹੜੇ ਰੋਟਾਵੇਟਰ ਦੇ ਨੇ ਉਹ ਠੀਕ ਐਲ ਸ਼ੇਪ ਦੇ ਬਲੇਡ ਨੇ, ਜਿਹੜੇ ਦੂਜੇ ਨੇ ਉਹਨਾਂ 'ਚ ਥੋੜਾ ਕੁੱਬ ਪਿਆ ਹੋਇਆ। ਕਹਿਣ ਤੋਂ ਭਾਵ ਇਹਦੇ ਵਿੱਚ ਇਹ ਚੱਕਰ ਆ ਵੀ ਰੋਟਾਵੇਟਰ ਦੀ ਜਿਹੜੀ ਬਿਜਾਈ ਆ, ਹਜੇ ਤੱਕ ਅਸੀਂ ਇਹ ਕੋਈ ਸਿਫਾਰਿਸ਼ ਨਹੀਂ ਕਰੀ ਹੈਗੀ। ਅਸੀਂ ਸਿਰਫ ਲੱਕੀ ਡਰਿਲ ਜਾਂ ਨਾਰਮਲ ਜਿਹੜੀਆਂ ਝੋਨੇ ਦੀ ਬਿਜਾਈ ਵਾਲੀਆਂ ਮਸ਼ੀਨਾਂ ਨੇ, ਜਾਂ ਅਸੀਂ ਇੱਕ ਜਿਹੜੀ ਸੋਧ ਕੀਤੀ ਆ ਉਹ ਹੈਪੀ ਸੀਡਰ ਜਾਂ ਜ਼ੀਰੋ ਟਿਲ ਦੀ ਜਿਹੜੀ ਪਿਸਤੌਲਾਂ ਨੂੰ ਘੁਮਾਉਣ ਵਾਲੀ ਗਰਾਰੀ ਆ, ਉਹ ਦੂਣੇ ਜਾਂ ਸਵਾ ਦੋ ਗੁਣਾ ਦੰਦਿਆਂ ਦੀ ਪਾ ਕੇ ਪਿਸਤੌਲਾਂ ਦਾ ਅੱਧਾ ਹਿੱਸਾ ਸਿਲੀਕੌਨ ਦੇ ਨਾਲ ਬੰਦ ਕਰਕੇ ਉਹਦੇ ਨਾਲ ਅਸੀਂ ਸਿਫਾਰਿਸ਼ ਕੀਤੀ ਆ। ਪਰ ਉਹਦੇ ਨਾਲ ਵੀ ਤੁਸੀਂ ਪਹਿਲਾਂ ਥੱਲੇ ਕੈਲੀਬ੍ਰੇਟ ਕਰ ਲਓ ਕਿ ਤੁਹਾਡੇ ਦਾਣੇ ਸਹੀ ਡਿੱਗਦੇ ਆ। ਇਸ ਤੋਂ ਇਲਾਵਾ ਜ਼ਿਮੀਂਦਾਰਾਂ ਨੇ ਕਾਫੀ ਉਪਰਾਲੇ ਆਪਣੇ ਪੱਧਰ ਤੇ ਵੀ ਕੀਤੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਤੁਹਾਡੇ ਸਵਾਲ ਦੇ ਨਾਲ ਰਿਲੇਟਡ ਰੋਟਾਵੇਟਰ ਦੀ ਵੀ ਬਿਜਾਈ ਹੈ। ਇਸ ਦੀ ਅਸੀਂ ਜਿਹੜੀ ਆ ਪਰਖ ਅਧੀਨ ਅਸੀਂ ਪਰਖ ਕਰ ਰਹੇ ਹਾਂ।
ਪਰ ਜੇ ਤੁਹਾਡੇ ਆਪਦੇ ਪੱਧਰ ਤੇ ਤੁਸੀਂ ਕਰ ਰਹੇ ਹੋ ਤਾਂ ਉਹ ਤੁਸੀਂ ਆਪਣੀ ਸਪੁਰਦਾਰੀ ਦੇ ਸਿਰ ਤੇ ਤੁਸੀਂ ਇਹਦੀ ਜਿਹੜੀ ਆਪਣੀ ਕੈਲੀਬ੍ਰੇਸ਼ਨ ਆ ਜਾਂ ਇਹਦੀ ਵੈਲੂਏਸ਼ਨ ਆ, ਇਹਦੀ ਪਰਖ ਆ ਤੁਸੀਂ ਕਰ ਸਕਦੇ ਹੋ। ਪਰ ਫਿਲਹਾਲ ਸਾਡਾ ਰੋਟਾਵੇਟਰ ਬਿਜਾਈ ਦੇ ਲਈ ਨਹੀਂ ਹੈਗਾ ਸਿਫਾਰਿਸ਼, ਪਰ ਬਿਜਾਈ ਤੋਂ ਪਹਿਲਾਂ ਜਿਹੜਾ ਵਾਹਣ ਨੂੰ ਤੁਸੀਂ ਬਣਾਉਣਾ ਜਾਂ ਵਾਹੁਣਾ ਉਹਦੇ ਲਈ ਅਸੀਂ ਸਿਫਾਰਿਸ਼ ਜ਼ਰੂਰ ਕਰ ਦਈਦਾ ਵੀ ਇੱਕ ਵਾਰੀ ਰੋਟਾਵੇਟਰ ਮਾਰ ਲਓ। ਹਲਾਂ ਦੀ ਜਗ੍ਹਾ ਜਦੋਂ ਐਨ ਮੂਹਰੇ ਆਪਾਂ ਰੋਟਾਵੇਟਰ ਦੇ ਨਾਲ ਕਰਦੇ ਹਾਂ, ਰੋਟਾਵੇਟਰ ਦੇ ਮਗਰ ਪਿੱਛੇ ਇੱਕ ਪਲੈਂਕਰ ਲੱਗਿਆ ਹੁੰਦਾ, ਉਹ ਤੁਹਾਡੀ ਮਿੱਟੀ 'ਚ ਹਵਾ ਨਹੀਂ ਪੈਣ ਦਿੰਦਾ। ਜਿਹੜੇ ਹਲ ਨੇ, ਹਲ ਇੱਕ ਸਿਆੜ ਕੱਢ ਕੇ ਉੱਚੀ ਨੀਵੀਆਂ ਜਦੋਂ ਖਾਲੀਆਂ ਬਣਦੀਆਂ ਨੇ, ਸਰਫਸ ਏਰੀਆ ਵੱਧ ਜਾਂਦਾ ਤਾਂ ਮਿੱਟੀ ਆ ਜਿਹੜੀ ਉਹ ਜ਼ਿਆਦਾ ਸੁੱਕਦੀ ਆ, ਛੇਤੀ ਸੁੱਕਦੀ ਆ। ਇਸ ਕਰਕੇ ਉੱਥੇ ਅਸੀਂ ਜ਼ਿਮੀਂਦਾਰਾਂ ਨੂੰ ਜ਼ਰੂਰ ਕਹਿੰਦੇ ਆ ਵੀ ਰੋਟਾਵੇਟਰ ਦੇ ਨਾਲ ਇੱਕ ਵਹਾਈ ਕਰ ਲਓ। ਅਗਲੀ ਜਿਹੜੀ ਮੈਨੂੰ ਇਹਦੀ ਫੋਟੋ ਇਹਦੇ ਵਿੱਚ ਨਹੀਂ ਹੈਗੀ, ਤੁਸੀਂ ਕੀ ਇਹ ਲਿਖਿਆ ਵੀ ਕੀ ਇਹ ਮਸ਼ੀਨ, ਜੇ ਤਾਂ ਤੁਹਾਡਾ ਇਹਦੇ ਨਾਲ ਰਿਲੇਟਡ ਆ, ਜੇ ਆਪਾਂ ਕੋਈ ਕੰਮ ਕਰਦੇ ਆ ਉਹਦੀ ਕਾਮਯਾਬੀ ਵੱਲ ਵਧਣ ਲਈ ਹੀ ਕਰਦੇ ਆ। ਜੇ ਰੋਟਾਵੇਟਰ ਦੀ ਬਿਜਾਈ ਚੰਗੀ ਹੋਏਗੀ ਤਾਂ ਯੂਨੀਵਰਸਿਟੀ ਵੀ ਇਹ ਇੱਕ ਸਿਫਾਰਿਸ਼ ਦੇ ਰੂਪ ਦੇ ਵਿੱਚ ਤੁਹਾਡੇ ਸਪੁਰਦ ਕਰੇਗੀ ਆਉਣ ਵਾਲੇ ਸਮੇਂ 'ਚ। ਕਿਸਾਨ ਭਰਾਵੋ, ਇਹ ਤੁਹਾਡੇ ਸਵਾਲ ਸਾਡੇ ਕੋਲ ਜਿਹੜੇ ਪਹੁੰਚੇ ਨੇ ਸਪਰੇਆਂ ਬਾਰੇ, ਖਾਦਾਂ ਬਾਰੇ, ਉਹਦਾ ਜਵਾਬ ਤੁਹਾਨੂੰ ਹੁਣ ਡਾਕਟਰ ਮੱਖਣ ਸਿੰਘ ਭੁੱਲਰ ਵਾਰੀ ਕਰਕੇ ਦੇਣਗੇ। ਡਾਕਟਰ ਮੱਖਣ ਸਿੰਘ ਭੁੱਲਰ ਪਲੀਜ਼। ਕਿਸਾਨ ਵੀਰੋ, ਇੱਕ ਸਵਾਲ ਆ ਮਿਸਟਰ ਗੁਰਵਿੰਦਰ ਸਿੰਘ ਸੇਖੋਂ ਦਾ ਜੀ, ਵੀ 17 ਦਿਨ ਹੋ ਗਏ ਜੀ ਤਰਬਤਰ 'ਚ ਬਿਜਾਈ ਕੀਤੀ ਨੂੰ, ਪਾਣੀ ਲਾ ਦਈਏ। ਗੁਰਵਿੰਦਰ ਸਿੰਘ ਜੀ, ਤੁਸੀਂ ਸਵੇਰ ਟਾਈਮ ਆਪਣੇ ਖੇਤ ਦੇ ਵਿੱਚ ਜਾ ਕੇ ਦੇਖੋ, 7 ਵਜੇ 7-8 ਵਜੇ। ਕਈ ਵਾਰੀ ਆਪਾਂ ਥੋੜਾ ਲੇਟ ਦੇਖਦੇ ਹਾਂ ਤਾਂ ਗਰਮੀ ਜ਼ਿਆਦਾ ਹੁੰਦੀ, ਆਪਾਂ ਨੂੰ ਲੱਗਦਾ ਹੈ ਬੂਟੇ ਮੁਰਝਾ ਗਏ ਉਤਮਾਚਾ। ਜੇ ਸਵੇਰ ਦੇ ਟਾਈਮ ਜਾ ਕੇ ਦੇਖੋ, ਜੇ ਸਵੇਰ ਦੇ ਟਾਈਮ ਤੁਸੀਂ ਧਿਆਨ ਨਾਲ ਦੇਖਿਓ, ਬੂਟਾ ਬਿਲਕੁਲ ਹਰਾ ਖੜਾ ਹੋਊਗਾ, ਫਿਰ ਉਹਨੂੰ ਕੋਈ ਪਾਣੀ ਲਾਉਣ ਦੀ ਲੋੜ ਨਹੀਂ ਗੀ। ਸੋ ਜਦੋਂ ਸਵੇਰ ਦੇ ਟਾਈਮ ਆਪਾਂ ਬੂਟਾ ਜਿਹੜਾ ਮੁਰਝਾ ਰਿਹਾ ਨਾ ਜੀ ਥੋੜਾ ਜਿਹਾ, ਫਿਰ ਆਪਾਂ ਨੂੰ ਪਾਣੀ ਲਾਉਣ ਦੀ ਲੋੜ ਹੁੰਦੀ ਆ। ਸੋ ਤੁਸੀਂ ਖੇਤ ਜਾ ਕੇ ਦੇਖਿਓ, ਮੇਰੇ ਹਿਸਾਬ ਨਾਲ ਅਜੇ ਤੱਕ ਤੁਸੀਂ ਉਹਨੂੰ ਵੇਟ ਕਰ ਸਕਦੇ ਹੋ 4-5 ਦਿਨ ਹੋਰ। ਵੈਸੇ ਹੀ ਹੁਣ ਥੋੜੀ ਮੌਸਮ ਵੀ ਠੰਡਾ ਹੋ ਗਿਆ ਜੀ। ਇੱਕ ਮਿਸਟਰ ਗੁਰਪ੍ਰੀਤ ਬਰਾੜ ਦਾ ਸੀਗਾ ਜੀ, ਜਿਸ ਏਰੀਏ ਵਿੱਚ ਕੁਝ ਸਾਲ ਪਹਿਲਾਂ ਨਰਮੇ ਦੀ ਬਿਜਾਈ ਹੁੰਦੀ ਸੀਗੀ, ਉਹਦੇ ਵਿੱਚ ਮੈਨੂੰ ਲੱਗਦਾ ਉਹਨਾਂ ਨੇ ਜਿਹੜੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਆ। ਇੱਕ ਦੂਸਰਾ ਪਹਿਲੀ ਪਤਾ ਮਿਸਟਰ ਗੁਰਪ੍ਰੀਤ ਬਰਾੜ ਜੀ, ਅਸੀਂ ਨਾ ਇੱਕ ਪਹਿਲਾਂ ਵੀ ਸਿਫਾਰਿਸ਼ ਵਿੱਚ ਇਹ ਕਿਹਾ ਹੋਇਆ ਜੀ, ਮੇਰਾ ਬੈਟਰੀ ਲੋ ਹੋ ਰਹੀ ਹੈ ਜੀ, ਵੀ ਆਪਾਂ ਝੋਨੇ ਦੀ ਸਿੱਧੀ ਬਿਜਾਈ ਨਾ ਆਪਾਂ ਕੋਸ਼ਿਸ਼ ਕਰਨੀ ਆ ਵੀ ਜਿੱਥੇ ਆਪਣੇ ਪਹਿਲਾਂ ਕੱਦੂ ਵਾਲਾ ਝੋਨਾ ਲਾਉਣੇ ਆ ਨਾ, ਵੀ ਉੱਥੇ ਹੀ ਕਰੀਏ। ਕਿਉਂਕਿ ਉੱਥੇ ਫਿਰ ਪਹਿਲੇ 1-2 ਸਾਲ ਨਾ ਤੁਹਾਡੇ ਇਕੱਲੇ ਝੋਨੇ ਵਾਲੇ ਨਦੀਨ ਹੀ ਆਉਂਦੇ ਆ। ਸੋ ਜਿਹੜੀਆਂ ਝੋਨੇ ਵਾਲੀਆਂ ਦਵਾਈਆਂ ਨੇ ਉਹੀ ਆਪਾਂ ਨੂੰ ਵਰਤਣ ਨਾਲ ਸਾਡੀ ਨਦੀਨਾਂ ਦੀ ਸਮੱਸਿਆ ਹੱਲ ਹੋ ਜਾਂਦੀ ਆ। ਪਰ ਜੇ ਤੁਸੀਂ ਨਰਮੇ ਵਾਲੇ ਖੇਤ ਦੇ ਵਿੱਚ ਲਾਇਆ, ਹੁਣ ਚਾਂਸ ਆ ਵੀ ਨਰਮੇ ਵਾਲੇ ਨਦੀਨ ਆ ਜਿਹੜੇ, ਜਿਸ ਤਰ੍ਹਾਂ ਮਧਾਣਾ ਆ ਸਕਦਾ ਹੈ, ਤੱਕੜੀ ਘਾਹ ਆ ਸਕਦਾ ਹੈ, ਚੀਨੀ ਘਾਹ ਆ ਸਕਦਾ ਹੈ, ਮਕੜਾ ਆ ਸਕਦਾ ਹੈ। ਸੋ ਇਹ ਤੁਸੀਂ ਹੁਣ ਜਦੋਂ ਪਹਿਲਾ ਪਾਣੀ ਲਾਓਗੇ 20 ਦਿਨਾਂ ਬਾਅਦ ਜਾ ਕੇ, ਉਸ ਤੋਂ ਬਾਅਦ ਕਿਉਂਕਿ ਤਰਬੱਤਰ ਵਾਲੀ ਜ਼ਮੀਨ ਦੇ ਵਿੱਚ ਨਾ ਜੇ ਆਪਾਂ ਬਿਜਾਈ ਵੇਲੇ ਸਪਰੇਅ ਕਰਤੀ ਤਾਂ ਵੀ ਜਿੰਨਾ ਚਿਰ ਪਾਣੀ ਨਹੀਂ ਲਾਉਂਦੇ ਕੋਈ ਨਦੀਨ ਉਗਦਾ ਹੀ ਨਹੀਂਗਾ। ਸੋ ਹੁਣ ਜਦੋਂ ਨਦੀਨ ਉਗਣੇ ਸ਼ੁਰੂ ਹੋਣਗੇ, ਤੁਸੀਂ ਇਹ ਦੇਖਣਾ ਵੀ ਕਿਹੜੇ ਨਦੀਨ ਨੇ। ਜੇ ਤਾਂ ਉਹ ਝੋਨੇ ਵਾਲੀ ਨੇ ਫਿਰ ਤਾਂ ਤੁਸੀਂ ਚੁੱਪ ਕਰਕੇ ਨੋਮਨੀ ਗੋਲਡ ਸਪਰੇਅ ਕਰ ਦਿਓ, ਫਿਰ ਕਿਸੇ ਦੀ ਲੋੜ ਨਹੀਂ ਜੀ ਹੋਰ। ਜੇ ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਆਪਣੇ ਮਕੜਾ, ਮਧਾਣਾ ਜਾਂ ਚੀਨੀ ਘਾਹ ਆ ਗਿਆ, ਫਿਰ ਤੁਸੀਂ ਨੋਮਨੀ ਗੋਲਡ ਨਹੀਂ ਕਰਨੀ। ਫਿਰ ਰਾਈਸ ਸਟਾਰ ਦਵਾਈ ਆ, ਉਹਦੇ ਵਿੱਚ ਫਨੋਕਸਾਪ੍ਰੋਬ ਤੱਤ ਹੁੰਦਾ 6.7%, ਉਹ 400 ml ਪ੍ਰਤੀ ਏਕੜ ਵਰਤਣੀ ਆ। ਜਦੋਂ 2 ਤੋਂ 3 ਪੱਤੇ ਤੁਹਾਨੂੰ ਲੱਗਦਾ ਨਦੀਨਾਂ ਦੇ ਹੋ ਗਏ, ਤੁਸੀਂ ਉਹਦੀ 150 ਲੀਟਰ ਪਾਣੀ 'ਚ ਪਾ ਕੇ ਸਪਰੇਅ ਕਰ ਦੇਣੀ ਆ। ਇੱਕ ਇਹ ਧਿਆਨ ਰੱਖਣਾ ਜੀ, ਸਪਰੇਅ ਵੇਲੇ ਆਪਾਂ ਜਿਹੜੀ ਕੱਟ ਵਾਲੀ ਨੋਜ਼ਲ ਦੀ ਵਰਤੋਂ ਕਰਨੀ ਆ, ਗੋਲ ਵਾਲੀ ਨੋਜ਼ਲ ਦੀ ਵਰਤੋਂ ਨਾ ਕਰਿਓ। ਸੋ ਰਾਈਸ ਸਟਾਰ ਆ ਜਿਹੜੀ ਤੁਹਾਡੀ ਇਹਨਾਂ ਜਿਹੜੇ ਨਦੀਨਾਂ ਦੀ ਰੋਕਥਾਮ ਕਰ ਦੂਗੀ। ਸੋ ਦੂਸਰਾ ਉਹਨਾਂ ਦਾ ਸਵਾਲ ਸੀਗਾ ਵੀ ਪਹਿਲਾ ਪਾਣੀ ਲਾਉਣ ਸਮੇਂ ਕਿਹੜੀ ਦਵਾਈ ਨਦੀਨਾਂ 'ਤੇ ਜ਼ਿਆਦਾ ਕੰਟਰੋਲ ਕਰੇਗੀ। ਸੋ ਇਹ ਜਦੋਂ ਤੁਸੀਂ ਜ਼ਿਆਦਾ ਚਾਂਸ ਆ ਜੀ ਤੁਹਾਡੇ, ਜੇ ਤੁਸੀਂ ਤਰਬਤਰੇ ਬੀਜਿਆ ਹੋਇਆ, ਪਹਿਲੇ ਪਾਣੀ ਤੱਕ ਤੁਹਾਡੇ ਖੇਤ ਦੇ ਵਿੱਚ ਨਦੀਨਾਂ ਦੀ ਸਮੱਸਿਆ ਆਊਗੀ ਨਹੀਂ, ਕਿਉਂਕਿ ਤੁਹਾਡੀ ਉੱਪਰੋਂ ਜਿਹੜਾ ਖੇਤ ਆ ਜਿਹੜਾ ਸੁੱਕ ਜਾਂਦਾ ਹੈ। ਬਿਜਾਈ ਵੇਲੇ ਜਿਹੜੇ ਕੱਖ ਨੇ ਉਹ ਜਿਹੜੀ ਸਟੰਪ ਦਵਾਈ ਰੋਕ ਦਿੰਦੀ ਆ। ਸੋ ਜਦੋਂ ਤੁਸੀਂ ਪਹਿਲਾ ਪਾਣੀ ਲਾਓਗੇ, ਉਸ ਤੋਂ ਬਾਅਦ ਤੁਸੀਂ ਦੇਖਣਾ ਜਦੋਂ 4-5 ਦਿਨਾਂ ਬਾਅਦ ਵੀ ਨਦੀਨ ਉੱਗ ਰਹੇ ਆ। ਕਈ ਵਾਰੀ ਸਮੱਸਿਆ ਵੀ ਨਹੀਂ ਆਉਂਦੀ, ਜੇ ਉੱਗ ਰਹੇ ਆ ਤਾਂ ਕਿਹੜੇ ਨਦੀਨ ਨੇ। ਜੇ ਤਾਂ ਉਹ ਝੋਨੇ ਵਾਲੀ ਨੇ ਜੀ, ਸਵਾਂਕ ਆ, ਸਵਾਂਕੀ ਆ, ਜਾਂ ਝੋਨੇ ਵਾਲੇ ਮੋਥੇ ਨੇ, ਫਿਰ ਤਾਂ ਤੁਸੀਂ ਨੋਮਨੀ ਗੋਲਡ ਸਪਰੇਅ ਕਰ ਸਕਦੇ ਹੋ, ਜਿਹੜੀ ਆਪਣੀ ਬਿਸਪੈਰੀ ਬੈਗ ਸੋਡੀਅਮ 10%, ਉਹ ਜਿਹੜਾ ਤੁਸੀਂ ਕੱਦੂ ਵਾਲੇ ਝੋਨੇ 'ਚ ਵੀ ਕਰਦੇ ਹੋ ਵੀ 100 ml ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ 'ਚ ਪਾ ਕੇ। ਜਿਵੇਂ ਪਹਿਲਾਂ ਵੀ ਦੱਸਿਆ, ਜੇ ਤੁਹਾਨੂੰ ਲੱਗਦਾ ਵੀ ਨਾਲ ਉਹਦੇ ਦੂਸਰੇ ਘਾਹ ਵੀ ਨੇ ਜਿਹੜੇ ਮਧਾਣਾ, ਮਕੜਾ, ਫਿਰ ਤੁਸੀਂ ਰਾਈਸ ਸਟਾਰ ਕਰਨੀ ਆ। ਹੁਣ ਜੇ ਕਈ ਵਾਰੀ ਖੇਤਾਂ ਦੇ ਵਿੱਚ ਵੀ ਜਿਵੇਂ ਦੂਸਰਾ ਆ ਜਾਂਦਾ ਆਪਣਾ ਗੰਢੀ ਵਾਲਾ ਮੋਥਾ ਆ ਜਾਂਦਾ ਜਾਂ ਚੌੜੇ ਪੱਤੇ ਜ਼ਿਆਦਾ ਆ ਜਾਂਦੇ ਆ, ਉਹਦੇ ਲਈ ਫਿਰ ਆਪਾਂ ਐਲਮਿਕਸ ਵਰਤ ਸਕਦੇ ਹਾਂ। ਜਿਹੜੀ ਐਲਮਿਕਸ ਆ ਜਿਹੜੀ 8 ਗ੍ਰਾਮ ਪ੍ਰਤੀ ਏਕੜ ਵਰਤ ਸਕਦੇ ਹਾਂ। ਹੁਣ ਇੱਕ ਅਸੀਂ ਇਸ ਸਾਲ ਇੱਕ ਨਵੀਂ ਦਵਾਈ ਦੀ ਸਿਫਾਰਿਸ਼ ਕੀਤੀ ਆ, ਬਿਵਾਇਆ ਦਵਾਈ ਆ 6%।
ਉਹਦੇ ਵਿੱਚ ਇੱਕ ਸਿਆਲੋਫੋਪ ਬਿਊਟਾਇਲ ਤੱਤ ਆ, ਇੱਕ ਪੈਨੋਕਸੂਲਮ ਆ। ਉਹ 900 ml ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਆ ਆਪਾਂ। ਵਿਵਾਇਆ VIVAYA ਵਿਵਾਇਆ 6%, ਉਹ ਤੁਹਾਨੂੰ 1100 ਦੀ ਮਿਲੂਗੀ। ਉਹ ਇੱਕ ਤਾਂ ਜਿੰਨੇ ਝੋਨੇ ਵਾਲੇ ਸਾਰੇ ਨਦੀਨ ਨੇ ਉਹਨਾਂ ਦੀ ਵਧੀਆ ਰੋਕਥਾਮ ਕਰਦੀ ਆ, ਉਹ ਚੀਨੀ ਘਾਹ ਦੀ ਵਧੀਆ ਰੋਕਥਾਮ ਕਰਦੀ ਆ, ਗੰਢੀ ਵਾਲੇ ਮੋਥੇ ਨੂੰ ਕਾਫੀ ਹੱਦ ਤੱਕ ਉਹ ਰੋਕ ਦਿੰਦੀ ਆ। ਬਸ ਇੱਕ ਜਿੱਥੇ ਮਧਾਣਾ ਮਕੜਾ ਉਹਨੂੰ ਕੰਟਰੋਲ ਨਹੀਂ ਕਰਦੀ, ਬਾਕੀ ਸਾਰੇ ਨਦੀਨਾਂ ਨੂੰ ਉਹ ਕੰਟਰੋਲ ਕਰਦੀ ਆ। ਸੋ ਜੇ ਮਧਾਣਾ ਮਕੜਾ ਨੂੰ ਛੱਡ ਕੇ ਤੁਹਾਡੇ ਖੇਤ ਦੇ ਵਿੱਚ ਬਾਕੀ ਨਦੀਨ ਨੇ, ਫਿਰ ਤੁਸੀਂ ਵਿਵਾਇਆ ਜਿਹੜੀ 900 ml ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ 'ਚ ਪਾ ਕੇ ਉਹਨੂੰ ਸਪਰੇਅ ਕਰ ਸਕਦੇ ਹੋ ਪਹਿਲੇ ਪਾਣੀ ਤੋਂ ਬਾਅਦ, ਜਦੋਂ ਤੁਹਾਡੇ ਨਦੀਨ ਆ ਜਿਹੜੇ 2 ਤੋਂ 3 ਪੱਤਿਆਂ ਦੇ ਹੋ ਗਏ। ਇੱਕ ਮਿਸਟਰ ਗੁਰਪਿੰਦਰ ਮਾਨ ਜੀ ਦਾ ਸਵਾਲ ਆ ਜੀ ਵੀ ਬਾਰਿਸ਼ ਹੋ ਗਈ, ਹੁਣ ਦੁਬਾਰਾ ਸਟੰਪ ਦੀ ਸਪਰੇਅ ਕਰਨੀ ਆ। ਕੋਈ ਲੋੜ ਨਹੀਂ ਜੀ ਸਟੰਪ ਦੀ ਸਪਰੇਅ ਕਰਨ ਦੀ। ਜਦੋਂ ਤੁਸੀਂ ਪਹਿਲਾ ਪਾਣੀ ਲਾਓਗੇ ਇਹਦਾ ਕੋਈ ਜ਼ਿਆਦਾ ਅਸਰ ਇੰਨਾ ਛੇਤੀ ਨਹੀਂ ਜਾਂਦਾ। ਕੋਈ ਇਹਦੇ ਬਾਰੇ ਕਾਫੀ ਸਾਨੂੰ ਹੋਰ ਵੀ ਜ਼ਿਮੀਂਦਾਰਾਂ ਫੋਨ ਵੀ ਆਉਂਦੇ ਆ ਵੀ ਜੇ ਮੀਂਹ ਪੈ ਗਿਆ ਹੁਣ ਵੀ ਅਸੀਂ ਪਾਣੀ ਦੁਬਾਰਾ ਸਪਰੇਅ ਨਹੀਂ ਕਰਨੀ, ਉਹ ਨੁਕਸਾਨ ਕਰ ਸਕਦੀ ਆ ਫਾਇਦੇ ਦੀ ਥਾਂ ਤੇ ਸਟੰਪ ਆ ਜਿਹੜੀ। ਸੋ ਜਦੋਂ ਤੁਸੀਂ ਪਹਿਲਾ ਪਾਣੀ ਲਾਓਗੇ, ਪਹਿਲਾ ਪਾਣੀ ਹੁਣ ਵੀ ਲੇਟ ਹੋ ਜਾਊਗਾ। ਹੋ ਸਕਦਾ ਜਦੋਂ 21 ਦਿਨਾਂ ਤੇ ਕਰਨਾ ਸੀਗਾ, ਜੇ ਤੁਹਾਡੇ 15 ਦਿਨ ਹੋ ਗਏ ਝੋਨੇ ਬੀਜੇ ਨੂੰ, ਤੁਸੀਂ ਅਜੇ ਜਾ ਕੇ ਹਫ਼ਤੇ ਬਾਅਦ ਲਾਉਣਾ ਸੀ, ਹੁਣ ਹੋਰ ਲੇਟ ਲਾਓ ਪਾਣੀ, ਵੀ ਛੇਤੀ ਪਾਣੀ ਲਾਉਂਦੇ ਰਹੋ। ਜਦੋਂ ਪਾਣੀ ਲਾਓਗੇ ਉਦੋਂ ਬਾਅਦ ਤੁਹਾਡੇ ਕੱਖ ਨਿਕਲਣੇ ਸ਼ੁਰੂ ਹੋ ਜਾਣਗੇ। ਉਦੋਂ ਕਿਹੜੇ ਕੱਖ ਨਿਕਲਦੇ ਆ ਉਹਦੇ ਬਾਅਦ ਜਿਵੇਂ ਪਹਿਲਾਂ ਦਵਾਈਆਂ ਦੱਸੀਆਂ ਨੇ, ਰਾਈਸਟਾਰ ਆ, ਨੋਮਨੀ ਗੋਲਡ ਆ, ਐਲਮਿਕਸ ਆ ਜਾਂ ਵਿਵਾਇਆ, ਉਹਦੇ ਹਿਸਾਬ ਨਾਲ ਆਪਾਂ ਕੱਖਾਂ ਦੇ ਹਿਸਾਬ ਨਾਲ ਸਪਰੇਅ ਕਰਨੀ ਹੈ ਜੀ। ਇੱਕ ਜਗਜੀਤ ਸਿੰਘ ਬਰਾੜ ਜੀ ਦਾ ਆਇਆ ਸੀਗਾ ਜੀ ਚੰਦਭਾਨ ਤੋਂ, ਵੀ 16 ਮਈ ਨੂੰ ਆਪਾਂ ਝੋਨਾ ਬੀਜਿਆ ਸੀਗਾ, 28 ਮਈ ਨੂੰ ਮੀਂਹ ਪੈ ਗਿਆ, ਉਦੋਂ ਬਾਅਦ ਬਾਈ ਜੀ ਕੋਈ ਸਪਰੇਅ ਕਰਨ ਦੀ ਲੋੜ ਨਹੀਂ। ਜਦੋਂ ਹੋਰ 15 ਦਿਨਾਂ ਬਾਅਦ ਜਾ ਕੇ ਤੁਸੀਂ ਪਹਿਲਾ ਪਾਣੀ ਲਾਓਗੇ ਜਾਂ ਇਸ ਤੋਂ ਬਾਅਦ ਜੇ ਕੋਈ ਕੱਖ ਨਿਕਲਦੇ ਆ ਫਿਰ ਆਪਾਂ ਦੇਖਾਂਗੇ ਵੀ ਕਿਹੜੀ ਸਪਰੇਅ ਕਰਨੀ ਆ, ਫਿਰ ਕੱਖਾਂ ਦੇ ਹਿਸਾਬ ਨਾਲ ਕਰਨੀ ਆ। ਇਸ ਟਾਈਮ ਤੁਸੀਂ ਕੋਈ ਸਪਰੇਅ ਨਹੀਂ ਕਰਨੀ ਜੀ। ਇਸ ਟਾਈਮ ਜਿਹੜੀ ਸਟੰਪ ਆ ਜਿਹੜੀ ਤੁਹਾਡਾ ਉਹਦਾ ਅਸਰ ਅਜੇ ਪਿਆ ਖੇਤ ਦੇ ਵਿੱਚ, 20-22 ਦਿਨ ਉਹਨੂੰ ਆਰਾਮ ਨਾਲ ਉਹ ਵਧੀਆ ਰੋਕਥਾਮ ਕਰਦੀ ਹੈ ਜੀ। ਇੱਕ ਰਾਜਗਿੱਲ ਜੀ ਦਾ ਸਵਾਲ ਆ ਜੀ ਵੀ ਸਿੱਧੇ ਝੋਨੇ ਦੇ ਵਿੱਚ 100% ਨਦੀਨ ਕੰਟਰੋਲ ਹੋ ਜਾਂਦੇ ਆ ਜੀ। ਬਿਲਕੁਲ ਹੋ ਸਕਦੇ। ਜਿਹੜੀ ਅਸੀਂ ਤਕਨੀਕ ਦਿੱਤੀ ਆ ਨਾ, ਜਿਹੜੀ ਨਵੀਂ ਇਸ ਵਾਰ ਜ਼ਿਆਦਾ ਜ਼ਿਮੀਂਦਾਰ ਇਹਨੂੰ ਹੀ ਅਪਣਾ ਰਹੇ ਆ ਵੀ ਆਪਾਂ ਖੇਤ ਨੂੰ ਲੇਜ਼ਰ ਲੈਵਲ ਕਰਕੇ ਰੌਣੀ ਕਰ ਦਿਓ। ਰੌਣੀ ਤੋਂ ਬਾਅਦ ਜਦੋਂ ਖੇਤ ਆਪਣਾ ਤਰ ਬੱਤਰ ਆਉਂਦਾ ਉਹਨੂੰ ਥੋੜਾ ਹੋਛਾ ਜਿਹਾ ਵਾਹ ਕੇ ਸੁਹਾਗੇ ਮਾਰ ਕੇ ਸ਼ਾਮ ਨੂੰ ਬਿਜਾਈ ਕਰ ਦਿਓ ਤੇ ਉਸੇ ਸ਼ਾਮ ਹੀ ਤੁਸੀਂ ਨਦੀਨ ਨਾਸ਼ਕ ਸਪਰੇਅ ਕਰ ਦਿਓ। ਜਿਹੜੇ ਨਦੀਨ ਹੁਣ ਨਿਕਲਨੇ ਆ ਕੁਛ ਤਾਂ ਤੁਹਾਡੀ ਬਹਾਈ ਨਾਲ ਖਤਮ ਹੋ ਜਾਣਗੇ, ਬਾਕੀ ਜਿਹੜੇ ਨਿਕਲਣਾ ਚਾਹੁੰਦੇ ਆ ਉਹਨੂੰ ਸਟੰਪ ਨੇ ਨਿਕਲਣ ਦੇਣਾ। ਉਸ ਤੋਂ ਬਾਅਦ ਫਿਰ ਉੱਤੇ ਆ ਜਿਹੜੀ ਉਹ ਖੁਸ਼ਕ ਇੱਕ ਪਰਤ ਬਣ ਜੂਗੀ, ਜਿਹੜੀ ਉੱਪਰਲੀ ਪਰਤ ਖੁਸ਼ਕ ਹੋ ਜੂਗੀ। ਖੁਸ਼ਕੀ ਦੇ ਵਿੱਚ ਕੋਈ ਤੁਹਾਡਾ ਨਦੀਨ ਨਿਕਲਦਾ ਨਹੀਂਗਾ। ਜਦੋਂ ਤੁਸੀਂ ਪਾਣੀ ਜਾ ਕੇ 21 ਦਿਨ ਦੇ ਕਰੀਬ ਲਾਉਣਾ, ਝੋਨਾ ਜਿਹੜਾ ਆਪਣੀਆਂ ਜੜ੍ਹਾਂ ਡੂੰਘੀਆਂ ਲਈ ਜਾਂਦਾ, ਜਦੋਂ ਤੁਸੀਂ 21 ਦਿਨਾਂ ਬਾਅਦ ਪਾਣੀ ਲਾਓਗੇ, ਬੱਤਰ ਆਉਣ ਤੇ ਯੂਰੀਆ ਪਾ ਦਿਓਗੇ, ਇੱਕ ਡੋਜ਼ ਪਹਿਲੀ ਡੋਜ਼ ਪਾਓਗੇ ਤੇ ਜੜ੍ਹਾਂ ਉਹਦੀਆਂ ਡੂੰਘੀਆਂ ਹੁੰਦੀਆਂ, ਉਹ ਇੱਕੇ ਦਮ ਝੋਨਾ ਜਿਹੜਾ ਉਹ ਨਿਕਲ ਜਾਂਦਾ ਹੈ। ਕਈ ਵਾਰ ਤੁਹਾਨੂੰ ਦੂਜੀ ਸਪਰੇਅ ਕਰਨ ਦੀ ਲੋੜ ਵੀ ਨਹੀਂ ਪੈਂਦੀ। ਜੇ ਲੋੜ ਪਵੇ ਤਾਂ ਵੱਧ ਤੋਂ ਵੱਧ ਇੱਕ ਸਪਰੇਅ ਦੀ ਲੋੜ ਪੈਂਦੀ ਹੈ ਜੀ। ਜ਼ਿਆਦਾ ਸਪਰੇਆਂ ਕਰਨ ਦੀ ਲੋੜ ਨਹੀਂ, ਉਹ ਝੋਨੇ ਨੂੰ ਵੀ ਰੋਕਦੀਆਂ। ਆਪਾਂ ਦਾ ਲੱਗਦਾ ਨਾ ਥੋੜ੍ਹੇ ਬਹੁਤੇ ਕੱਖ ਨੇ ਤਾਂ ਉਹਨੂੰ ਜ਼ਿਆਦਾ, ਜਿਵੇਂ ਸਾਨੂੰ ਬਠਿੰਡੇ ਤੋਂ ਫੋਨ ਆ ਰਿਹਾ ਸੀ ਬਾਈ ਜੀ ਦਾ, ਉਹਦੇ ਖੇਤ ਦੇ ਵਿੱਚ ਕੱਦੂਆਂ ਦੀਆਂ ਬੱਲਾਂ ਹੋ ਗਈਆਂ ਥੋੜ੍ਹੀਆਂ ਜਿਹੀਆਂ। ਇੱਕ ਜ਼ਿਮੀਂਦਾਰ ਦਾ ਫੋਨ ਆਇਆ ਸੀ, ਕਹਿੰਦੇ ਜੀ ਮੇਰੇ ਦੌਗੀਆਂ ਦੇ ਵਿੱਚ ਗੰਢੀ ਵਾਲਾ ਮੋਥਾ ਹੋ ਗਿਆ, ਸਪਰੇਅ ਕਰ ਦਈਏ। ਮੈਂ ਜੀ ਕੋਈ ਸਪਰੇਅ ਨਹੀਂ ਕਰਨੀ, ਤੁਸੀਂ 2 ਬੰਦੇ ਲਾ ਕੇ ਉਹਨੂੰ ਵੈਸੇ ਹੀ ਪੱਟ ਦਿਓ। ਕਿ ਸਪਰੇਅ ਆਪਾਂ ਉਦੋਂ ਕਰਨੀ ਹੈ ਜਦੋਂ ਸਾਰੇ ਖੇਤ ਦੇ ਵਿੱਚ ਕੱਖ ਨੇ। ਜੇ ਦੌਗੀਆਂ ਦੇ ਵਿੱਚ ਨੇ ਤੁਸੀਂ ਬੰਦੇ ਲਾ ਕੇ ਪੱਟ ਦਿਓ ਜੀ, ਸਪਰੇਅ ਨਾ ਕਰੋ। ਕਿਉਂਕਿ ਝੋਨੇ ਨੂੰ ਵੀ ਚਾਹੇ ਕੋਈ ਵੀ ਫਸਲ ਆ ਆਪਣੇ, ਨਦੀਨ ਨਾਸ਼ਕ ਜਿਹੜੀ ਐਂਟੀਬਾਇਓਟਿਕ ਵਾਂਗੂ ਉਹ ਫਸਲ ਨੂੰ ਵੀ ਦਬਾਉਂਦੀ ਆ। ਇੱਕ ਲੋਹੇ ਦੀ ਘਾਟ ਦਾ ਆਇਆ ਸੀਗਾ ਜੀ ਮਿਸਟਰ ਸੰਦੀਪ ਸੰਧੂ ਜੀ ਦਾ, ਵੀ ਜਦੋਂ ਕਿਤੇ ਲੋਹੇ ਦੀ ਘਾਟ ਆ ਜਾਂਦੀ ਆ, ਪਹਿਲੀ ਗੱਲ ਤਾਂ ਇਹ ਆ ਵੀ ਲੋਹੇ ਦੀ ਘਾਟ ਜ਼ਿਆਦਾ ਆਉਂਦੀ ਆ ਜਦੋਂ ਤੁਸੀਂ ਸੁੱਕੇ ਖੇਤ ਦੇ ਵਿੱਚ ਆਪਾਂ ਬਿਜਾਈ ਕਰਦੇ ਆ, ਉਸ ਤੋਂ ਬਾਅਦ ਪਾਣੀ ਲਾਉਣੇ ਆ, ਫਿਰ 4-5 ਦਿਨਾਂ ਬਾਅਦ ਫਿਰ ਤੀਜਾ ਪਾਣੀ ਫਿਰ ਲਾਉਣੇ ਆ। ਜਦੋਂ ਜ਼ਿਆਦਾ ਪਾਣੀ ਆਪਾਂ ਲਾਉਣੇ ਆ ਜੀ, ਝੋਨਾ ਜਿਹੜਾ ਉੱਪਰੋਂ ਪਾਣੀ ਮਿਲੀ ਜਾਂਦਾ, ਜੜ੍ਹਾਂ ਡੂੰਘੀਆਂ ਨਹੀਂ ਜਾਂਦੀਆਂ ਤੇ ਉਹ ਲੋਹੇ ਦੀ ਘਾਟ ਜ਼ਿਆਦਾ ਆ ਜਾਂਦੀ ਆ। ਤਰ ਬੱਤਰ ਵਾਲੇ ਦੇ ਵਿੱਚ ਛੇਤੀ ਸਮੱਸਿਆ ਨਹੀਂ ਆਉਂਦੀ, ਪਰ ਜੇ ਕਿਤੇ ਵੀ ਲੋਹੇ ਦੀ ਘਾਟ ਆ ਜੇ, ਉੱਪਰਲੇ ਪੱਤੇ ਪੀਲੇ ਹੁੰਦੇ ਆ, ਫਿਰ ਇਹ ਵੀ ਇੱਕ ਤਾਂ ਆਪਾਂ ਵੀ ਪਾਣੀ ਲਾ ਦੇਣਾ। ਦੂਜਾ ਇਹ ਆ ਵੀ ਜਿਹੜਾ ਫੈਰਸ ਸਲਫੇਟ ਆਪਾਂ ਕੱਦੂ ਵਾਲੇ ਝੋਨੇ 'ਚ ਵੀ ਕਰਦੇ ਆ, 1% ਫੈਰਸ ਸਲਫੇਟ, ਯਾਨੀ 1 ਕਿਲੋ ਫੈਰਸ ਸਲਫੇਟ ਆ ਜਿਹੜਾ 100 ਕਿਲੋ ਆਪਾਂ 100 ਲੀਟਰ ਪਾਣੀ 'ਚ ਘੋਲ ਲਓ ਤੇ 1 ਕਿੱਲੇ 'ਚ ਸਪਰੇਅ ਕਰ ਦਿਓ। ਉੱਪਰੋਂ ਥਲੀ ਹਫ਼ਤੇ ਦੇ ਵਿੱਚ ਤੇ 2 ਸਪਰੇਆਂ ਘੱਟੋ ਘੱਟ ਕਰਨੀਆਂ, ਲੋੜ ਪਏ ਤਾਂ 3 ਵੀ ਕਰ ਦਿਓ। ਚਿਲੇਟਡ ਆਇਰਨ ਨਹੀਂ ਵਰਤਣਾ, ਜਿਹੜਾ ਆਮ ਫੈਰਸ ਸਲਫੇਟ ਮਿਲਦਾ
ਉਹ ਵਰਤਣਾ। ਸੋ 2 ਤੋਂ 3 ਸਪਰੇਆਂ ਕਰ ਦਿਓ ਹਫ਼ਤੇ ਦੇ ਵਿੱਚ ਤੇ ਆਪਣੀ ਜਿਹੜੀ ਲੋਹੇ ਦੀ ਘਾਟ ਆ ਜਿਹੜੀ ਤੁਹਾਡੀ ਪੂਰੀ ਹੋ ਜੂਗੀ। ਇੱਕ ਹੈ ਜੀ ਵੀ 38% ਵਾਲੀ ਸਟੌਂਪ ਆ ਜਿਹੜੀ ਆਪਾਂ ਸਪਰੇਅ ਕਰ ਸਕਦੇ ਹਾਂ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ, ਜਦੋਂ ਵੀ ਆਪਾਂ ਤਰ ਬੱਤਰ ਦੇ ਵਿੱਚ ਬਿਜਾਈ ਕਰਨੀ ਆ ਆਪਾਂ ਸਪਰੇਅ ਸਿਰਫ 30% ਵਾਲੀ ਕਰਨੀ ਆ, ਕਿਉਂਕਿ ਬਹੁਤ ਛੇਤੀ ਘੁਲ ਜਾਂਦੀ ਆ। ਜਿਹੜੀ 38% ਵਾਲੀ ਆ ਉਹ ਬਹੁਤ ਹੌਲੀ ਹੌਲੀ ਘੁਲਦੀ ਆ, ਉਹਨੂੰ ਬਹੁਤ ਜ਼ਿਆਦਾ ਸਲਾਬ ਚਾਹੀਦੀ ਆ। ਸੋ ਉਹਦੇ ਵਿੱਚ ਤੁਹਾਨੂੰ ਰਿਜ਼ਲਟ ਨਹੀਂ ਮਿਲਣੇ। ਬਾਕੀ ਦੂਜੀ ਗੱਲ ਇਹ ਆ, ਇੱਕ ਸੈਂਟਰਲ ਇਨਸੈਕਟੀਸਾਈਡ ਬੋਰਡ ਵੱਲੋਂ ਲੇਬਲ ਕਲੇਮ ਦਿੱਤਾ ਜਾਂਦਾ ਵੀ ਆਹ ਦਵਾਈ ਵਰਤਣੀ ਆ, ਉਹ 38% ਦਾ ਲੇਬਲ ਕਲੇਮ ਵੀ ਨਹੀਂ ਹੈਗਾ, ਸਿਰਫ 30% ਵਾਲੀ ਦਾ ਲੇਬਲ ਕਲੇਮ ਆ। ਇਸ ਕਰਕੇ ਜਦੋਂ ਤੁਹਾਨੂੰ 30% ਮਿਲਦੀ ਆ ਤੁਸੀਂ ਸਿਰਫ 30% ਹੀ ਕਰਨੀ ਹੈ। ਤੁਹਾਡੇ ਕੋਲ ਕੁਝ ਸਵਾਲ ਆਏ ਹੋਏ ਨੇ ਕਿ ਉਹ ਕਿਹੜੀ ਕਿਸਮ ਕਦੋਂ ਬੀਜੀ ਜਾਣੀ ਹੈ। ਡਾਕਟਰ ਸਾਹਿਬ ਨੂੰ ਮੈਂ ਸਵਾਲ ਦੇ ਦਿੱਤੇ ਨੇ। ਡਾਕਟਰ ਮੰਗਟ ਪਲੀਜ਼। ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ, ਤੇ ਕੁਝ ਕੁਐਸਚਨ ਨੇ ਜਿਹੜੇ ਤੁਹਾਡੇ ਕੇ ਝੋਨੇ ਦੀਆਂ ਕਿਸਮਾਂ ਸੰਬੰਧੀ ਨੇ। ਪਹਿਲਾ ਜਿਹੜਾ ਹੈਗਾ ਕੁਐਸਚਨ ਉਹ ਹੈ ਫਰੀਦਕੋਟ ਜ਼ਿਲ੍ਹੇ 'ਚ ਕਿਹੜੀ ਕਿਸਮ ਵਧੀਆ ਹੈ। ਤੇ ਇਸ ਲਈ ਫਰੀਦਕੋਟ ਜ਼ਿਲ੍ਹੇ ਵਿੱਚ ਪਹਿਲਾਂ ਜਿਹੜੀ ਚੱਲ ਰਿਹਾ ਹੈ ਪ੍ਰਚਲਿਤ ਕਿਸਮ ਉਹ PR 114 ਹੈ ਤੇ ਕਾਫੀ ਅੱਛਾ ਉਹਦਾ ਉੱਥੇ ਕਹਿ ਲਓ ਰਕਬਾ ਹੈ। ਤੇ ਉਸ ਤੋਂ ਇਲਾਵਾ PR 121 ਤੇ PR 122 ਦੀ ਕਾਸ਼ਤ ਵੀ ਇਹਨਾਂ ਜ਼ਿਲ੍ਹਿਆਂ ਵਿੱਚ ਫਰੀਦਕੋਟ, ਫਿਰੋਜ਼ਪੁਰ, ਜਿਹੜੇ ਫਾਜ਼ਿਲਕਾ ਜਿਹੜੇ ਜ਼ਿਲ੍ਹੇ ਨੇ ਇੱਥੇ 114, 121, 122 ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਇਸ ਤੋਂ ਬਿਨਾਂ ਦੂਸਰਾ ਕੁਐਸਚਨ ਆਇਆ PR 126 ਦੀ ਸਿੱਧੀ ਬਿਜਾਈ ਦਾ ਸਮਾਂ ਕਦੋਂ ਹੈ। ਇਹ ਤੁਹਾਨੂੰ ਦੱਸਣਾ ਚਾਹਾਂਗਾ ਜਿਹੜੀ ਝੋਨੇ ਦੀ ਸਿੱਧੀ ਬਿਜਾਈ ਆ ਇਹਦੇ ਜਿਹੜੀ ਕੋਈ ਵੀ ਤੁਸੀਂ ਕਿਸਮ ਬੀਜਦੇ ਹੋ ਉਹ ਕੱਦੂ ਵਾਲੀ ਜਿਹੜੀ ਫਸਲ ਆ ਉਹਦੇ ਮੁਕਾਬਲੇ 5 ਤੋਂ 7 ਦਿਨ ਘੱਟ ਲੈਂਦੀ ਆ, ਕਿਉਂਕਿ ਇਹਨੂੰ ਆਪਾਂ ਟਰਾਂਸਪਲਾਂਟ ਕਰਦੇ ਝੋਨਾ ਨਾ ਉਹ ਝਟਕਾ ਨਹੀਂ ਲੱਗਦਾ ਇਹਨੂੰ। ਇਸ 5 ਤੋਂ 7 ਦਿਨ ਪਹਿਲਾਂ ਪੱਕ ਜਾਂਦੀ ਹੈ ਕੱਦੂ ਵਾਲੀ ਫਸਲ ਨਾਲੋਂ ਸਿੱਧੀ ਬਿਜਾਈ ਵਾਲੀ ਫਸਲ। ਜਿਸ ਤਰ੍ਹਾਂ PR 126 ਤੁਸੀਂ ਗੱਲ ਕੀਤੀ ਹੈ ਤੇ ਇਹ ਸਮਾਂ ਪੁੱਛਿਆ ਸਮਾਂ ਕਦੋਂ ਹੈ। ਜਿਸ ਤਰ੍ਹਾਂ PR 126 ਕਿਸਮਾਂ ਜਦੋਂ ਆਪਾਂ ਇਹਨੂੰ ਪਨੀਰੀ ਲਾ ਕੇ ਲਗਾਉਂਦੇ ਹਾਂ ਟਰਾਂਸਪਲਾਂਟ ਕਰਦੇ ਹਾਂ ਤਕਰੀਬਨ 123 ਦਿਨ ਸਮੇਤ ਪਨੀਰੀ ਜਾਂ 93 ਦਿਨ ਬਿਨਾਂ ਪਨੀਰੀ ਤੋਂ ਲੈਂਦੀ ਹੈ। ਸੋ ਇਹ ਸਿੱਧੀ ਬਿਜਾਈ ਬਾਰੇ ਪੁੱਛਿਆ। ਸਿੱਧੀ ਬਿਜਾਈ ਦੱਸ ਰਿਹਾ ਤੇ ਇਸ ਲਈ ਇਹ ਕਿਸਮ ਤਕਰੀਬਨ ਤੁਹਾਡਾ 118 ਕੁ ਦਿਨ ਲਏਗੀ, 115 ਤੋਂ 18 ਦਿਨ। ਇਸ ਲਈ ਤੁਸੀਂ ਇਹਦੀ ਜਿਹੜੀ ਸਿੱਧੀ ਬਿਜਾਈ ਆ ਉਹ ਤਕਰੀਬਨ 5 ਜੂਨ ਤੋਂ ਲੈ ਕੇ 15 ਜੂਨ ਤੱਕ ਇਹਦੀ ਸਿੱਧੀ ਬਿਜਾਈ ਕਰ ਸਕਦੇ ਹੋ। ਸੋ ਸਭ ਤੋਂ ਢੁਕਵੀਂ ਕਿਸਮ ਹੈ 126। ਇਹ ਤੁਹਾਡਾ ਜਸ ਸੰਧੂ ਜੀ ਤੇ ਲਾਲੀ ਸਿੱਧੂ ਜੀ ਦਾ ਸੀਗਾ ਆਪਰੇਸ਼ਨ ਵੀ 4-5 ਦਿਨਾਂ ਵਿੱਚ ਬਿਲਕੁਲ ਉਹਦੇ ਬਹੁਤ ਸਹੀ ਸਮਾਂ। ਪਰ ਅਜੇ ਵੀ ਤੁਸੀਂ ਮੈਂ ਤੁਹਾਨੂੰ ਕਹਾਂਗਾ ਵੀ ਇਹ ਤੁਸੀਂ ਦੇਖਣਾ ਹੈ ਤੁਸੀਂ ਕਿਹੜਾ ਫਸਲੀ ਚੱਕਰ ਬਣਾ ਰਹੇ ਹੋ। ਜੇ ਤੁਸੀਂ ਫਸਲੀ ਚੱਕਰ ਆਲੂਆਂ ਵਾਲਾ ਹੈ ਤਾਂ ਉੱਥੇ ਤੁਸੀਂ ਇਸ ਦੀ ਅਗੇਤੀ ਬਿਜਾਈ ਕਰ ਸਕਦੇ ਹੋ, ਪਰੰਤੂ ਜੇ ਕਣਕ ਝੋਨੇ ਦਾ ਫਸਲ ਹੈ ਜਾਂ ਤੁਸੀਂ ਪੱਠਿਆਂ ਦਾ ਤਾਂ ਉੱਥੇ ਤੁਸੀਂ ਇਸ ਨੂੰ ਲੇਟ ਹੀ ਬੀਜੋ, ਬਿਹਤਰ ਰਹੇਗਾ। ਇਸ ਤੋਂ ਬਿਨਾਂ PR 100 ਬਿਜਾਈ ਦੀ ਹੁਣ ਸਿੱਧੀ ਬਿਜਾਈ ਕਰ ਸਕਦੇ ਹਾਂ। ਫਿਰ ਮੈਂ ਉਹੀ ਗੱਲ ਕਰਨੀ ਚਾਹਾਂਗਾ ਵੀ ਸਿੱਧੀ ਬਿਜਾਈ ਆ ਜਿਹੜੀ ਇਹ ਕਿਸਮਾਂ ਨੇ ਘੱਟ ਸਮਾਂ ਲੈਣੀਆਂ ਜਾਂ ਦਰਮਿਆਨਾ ਸਮਾਂ ਲੈਣ ਵਾਲੀਆਂ, ਤੁਸੀਂ ਇੱਥੇ ਤਰਜੀਹ ਦੇਣੀ ਹੈ ਘੱਟ ਸਮੇਂ ਵਾਲੀਆਂ ਕਿਸਮਾਂ ਨੂੰ ਸਿੱਧੀ ਬਿਜਾਈ ਲਈ ਜਾਂ ਦਰਮਿਆਨੇ ਸਮੇਂ ਵਾਲੀਆਂ ਨੂੰ। ਜਿਹੜੀ 122 ਕਿਸਮਾਂ ਤਕਰੀਬਨ 147 ਦਿਨ ਸਮੇਤ ਪਨੀਰੀ ਤੇ 117 ਦਿਨ ਬਿਨਾਂ ਪਨੀਰੀ ਤੋਂ ਲੈਂਦੀ ਹੈ ਤੇ ਇਹ ਤਕਰੀਬਨ ਤੁਸੀਂ ਇਸ ਦੀ ਬਿਜਾਈ ਤਕਰੀਬਨ 7 ਜੂਨ ਤੱਕ ਕਰ ਸਕਦੇ ਹੋ। ਹੁਣ ਸਹੀ ਸਮਾਂ 122 ਦਾ, ਪਰੰਤੂ ਫਿਰ ਵੀ ਜਿਹੜੀ ਤਰਜੀਹ ਆ ਤੁਸੀਂ ਉਹ ਦਰਮਿਆਨਾ ਸਮਾਂ ਲੈਣੀਆਂ ਕਿਸਮਾਂ ਜਿਸ ਤਰ੍ਹਾਂ 114 ਹੈ, 121 ਹੈ, 127 ਹੈ ਜਾਂ 126 ਹੈ ਇਹਨਾਂ ਨੂੰ ਦਿਓ ਤੇ ਇਹਦੀ ਤੁਸੀਂ ਤਕਰੀਬਨ 7 ਜੂਨ ਤੱਕ ਕਰ ਸਕਦੇ ਹੋ। ਸਵਾਲ ਜਿਹੜਾ ਬੀਜ ਸੋਧ ਬਾਰੇ ਆਏ ਨੇ, ਸੋ ਬੀਜ ਸੋਧਣ ਦੇ ਲਈ ਜਿਹੜਾ ਹੈਗਾ ਪਹਿਲਾਂ ਆਪਾਂ ਕੀ ਕਰਨਾ, ਬੀਜ ਦੀ ਚੋਣ ਕਰ ਲੈਣੀ ਹੈ ਤਾਂ ਜੋ ਆਪਾਂ ਨਰੋਆ ਅਤੇ ਭਾਰਾ ਬੀਜ ਜਿਹੜਾ ਚੁਣ ਲਈਏ। ਇਹ ਕੰਮ ਕਰਨ ਲਈ ਤੁਸੀਂ ਝੋਨੇ ਦੇ ਬੀਜ ਨੂੰ 10 ਲੀਟਰ ਪਾਣੀ ਦੇ ਵਿੱਚ ਟੱਬ 'ਚ ਪਾ ਕੇ ਜਾਂ ਬਾਲਟੀ 'ਚ ਪਾ ਕੇ ਭਿਉਂ ਲੈਣਾ। ਹਲਕਾ ਜਿਹੜਾ ਬੀਜ ਆ ਉਹ ਉੱਪਰ ਤਰਿਆ ਆਊਗਾ, ਉਹਨੂੰ ਨਿਤਾਰ ਦੇਣਾ ਤੇ ਉਸ ਤੋਂ ਬਾਅਦ 8 ਕਿਲੋ ਆਪਾਂ ਭਾਰਾ ਬੀਜ ਜਿਹੜਾ ਹੈਗਾ ਉਹ ਚੁਣ ਲੈਣਾ ਤੇ ਇਸ ਭਾਰੇ ਹੋਏ ਚੁਣੇ ਹੋਏ ਬੀਜ ਨੂੰ ਅਸੀਂ ਜਿਹੜਾ ਥੋੜਾ ਸੁਕਾ ਲੈਣਾ। ਸੋ ਫਿਰ ਆਪਾਂ ਇਹਦੀ ਜਿਹੜੀ ਹੈਗੀ ਆ ਜਿਹੜੀਆਂ ਬੀਜ ਰਾਹੀਂ ਬਿਮਾਰੀਆਂ ਲੱਗਦੀਆਂ ਨੇ ਉਹਨਾਂ ਤੋਂ ਬਚਾਅ ਦੇ ਲਈ ਆਪਾਂ ਬੀਜ ਦੀ ਸੋਧ ਕਰਨੀ। ਸੋ ਇਸ ਦੇ ਵਾਸਤੇ ਅਸੀਂ ਸਪ੍ਰਿੰਟ ਪੁਲੀਨਾਸ਼ਕ ਜਿਹੜੀ ਹੈਗੀ ਆ ਬੀਜ ਸੋਧ ਵਾਸਤੇ ਦਿੱਤੀ ਆ, ਇਹ ਇੰਡੋਫਿਲ ਕੈਮੀਕਲ ਵਾਲਿਆਂ ਦੀ ਆ। ਸੋ ਇਹ 3 ਗ੍ਰਾਮ ਪ੍ਰਤੀ ਕਿਲੋ ਬੀਜ, ਜਾਣੀ ਕਿ 8 ਕਿਲੋ ਬੀਜ ਨੂੰ ਅਸੀਂ 24 ਗ੍ਰਾਮ ਸਪ੍ਰਿੰਟ ਦਵਾਈ ਜਿਹੜੀ ਆ ਇਹ ਲਾਉਣੀ ਆ। ਸੋ 24 ਗ੍ਰਾਮ ਸਪ੍ਰਿੰਟ ਦਵਾਈ ਨੂੰ ਅਸੀਂ 80 ਤੋਂ ਲੈ ਕੇ 100 ਮਿਲੀਲੀਟਰ ਪਾਣੀ ਵਿੱਚ ਘੋਲ ਲੈਣਾ। ਉਸ ਤੋਂ ਬਾਅਦ ਜਿਹੜਾ ਬੀਜ ਅਸੀਂ ਪਹਿਲਾਂ ਭਿਉਂਤਾ ਸੀ
ਉਹਨੂੰ ਥੋੜਾ ਸੁਕਾਉਣ ਤੋਂ ਬਾਅਦ ਇਸ ਦਵਾਈ ਨੂੰ ਜਿਹੜਾ ਹੈਗਾ ਬੀਜ ਦੇ ਉੱਤੇ ਮਲ ਲੈਣਾ, ਤੇ ਮਲਣ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਜਿਹੜੀ ਹੈਗੀ ਆ ਇਹਦੀ ਬਿਜਾਈ ਕਰ ਸਕਦੇ ਹੋ। ਕਈ ਵਾਰੀ ਇਹ ਸਵਾਲ ਆ ਜਾਂਦਾ ਵੀ ਅਸੀਂ ਕੱਲ ਬੀਜ ਦੀ ਸੋਧ ਕਰ ਲਈ ਸੀ, ਬੀਜ ਸਾਡਾ ਵੱਟ ਗਿਆ, ਕੀ ਉਹਦੀ ਬਿਜਾਈ ਅਸੀਂ ਦੂਜੇ ਜਾਂ ਤੀਜੇ ਦਿਨ ਕਰ ਸਕਦੇ ਹਾਂ? ਬਿਲਕੁਲ, ਜਿਹੜੀ ਹੈਗੀ ਆ ਦੂਜੇ ਜਾਂ ਤੀਜੇ ਦਿਨ ਵੀ ਇਸ ਬੀਜ ਸੋਧੇ ਹੋਏ ਬੀਜ ਦੇ ਨਾਲ ਤੁਸੀਂ ਬਿਜਾਈ ਜਿਹੜੀ ਆ ਉਹ ਕਰ ਸਕਦੇ ਹੋ। ਕਿਸਾਨ ਵੀਰੋ, ਜਿਹੜਾ ਬਾਸਮਤੀ ਦਾ ਬੀਜ ਜਿਹੜਾ ਹੈਗਾ ਉਹ ਵੀ ਆਪਾਂ ਇਸੇ ਤਰੀਕੇ ਨਾਲ ਸੋਧ ਲੈਣਾ, ਕਿਉਂਕਿ ਜਿਵੇਂ ਤੁਸੀਂ ਜਾਣਦੇ ਹੋ ਬਾਸਮਤੀ ਦੇ ਵਿੱਚ ਝੰਡਾ ਰੋਗ ਆਉਂਦਾ, ਜਿਹਦਾ ਬਾਅਦ ਦੇ ਵਿੱਚ ਕੋਈ ਇਲਾਜ ਨਹੀਂ। ਸੋ ਇਹਨਾਂ ਬਿਮਾਰੀਆਂ ਤੋਂ ਬਚਣ ਦੇ ਲਈ ਸਾਨੂੰ ਸ਼ੁਰੂ ਦੇ ਵਿੱਚ ਹੀ ਬੀਜ ਦੀ ਸੋਧ ਕਰ ਲਾਂਗੇ ਤੇ ਸਾਡੀ ਜਿਹੜੀ ਹੈ ਜਰਮੀਨੇਸ਼ਨ ਵਧੀਆ ਹੋਊਗੀ, ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਤੇ ਕਿਉਂਕਿ ਬੀਜ ਰਾਹੀਂ ਲੱਗਣ ਵਾਲੀਆਂ ਬਿਮਾਰੀਆਂ ਦਾ ਬਾਅਦ ਦੇ ਵਿੱਚ ਜਿਹੜਾ ਇਲਾਜ ਨਹੀਂ ਹੁੰਦਾ, ਇਸ ਕਰਕੇ ਆਪਾਂ ਪਹਿਲਾਂ ਹੀ ਭਿਉਂ ਸਕਦੇ ਹਾਂ। ਅਕਸਰ ਸਵਾਲ ਆਉਂਦਾ ਕਈ ਵਾਰੀ ਵੀ ਬੀਜ ਅਸੀਂ ਕਿੰਨੇ ਚਿਰ ਲਈ ਭਿਉਣਾ, ਸੋ ਅਸੀਂ 10-12 ਘੰਟੇ ਲਈ ਕਹਿੰਦੇ ਆ, ਪਰ ਜੇ ਵੱਧ ਵੀ ਭਿਉਂਤਾ ਜਾਵੇ ਤਾਂ ਵੀ ਕੋਈ ਗੱਲ ਨਹੀਂ, ਕੋਈ ਹਰਜ ਨਹੀਂ। ਜੇ 20 ਘੰਟੇ ਲਈ 24 ਘੰਟੇ ਲਈ ਵੀ ਭਿਉਂ ਲਈਏ ਕੋਈ ਹਰਜ ਨਹੀਂ। ਉਸ ਤੋਂ ਬਾਅਦ ਬੀਜ ਜਿਹੜਾ ਹੈਗਾ ਥੋੜਾ ਸੁਕਾ ਕੇ ਫਿਰ ਤੁਸੀਂ ਜਿਹੜੀ ਹੈਗੀ ਆ ਆਪਣੇ ਸਪ੍ਰਿੰਟ ਦਵਾਈ ਜਿਹੜੀ ਹੈਗੀ ਆ ਉਹ ਲਗਾਉਣੀ ਹੈ। ਕਈ ਵਾਰੀ ਜ਼ਿਮੀਂਦਾਰਾਂ ਦਾ ਸਵਾਲ ਆਉਂਦਾ ਵੀ ਸੁੱਕੇ ਝੋਨੇ ਨੂੰ ਵੀ ਅਸੀਂ ਜਿਹੜਾ ਦਵਾਈ ਲਾ ਸਕਦੇ ਹਾਂ, ਬਿਲਕੁਲ ਲਾ ਸਕਦੇ ਹਾਂ। ਜੇ ਤੁਸੀਂ ਸੁੱਕੇ ਝੋਨਾ ਜਿਹੜਾ ਹੈਗਾ ਉਸ ਤਕਨੀਕ ਨਾਲ ਬੀਜਣਾ ਤੇ ਸੁੱਕੇ ਝੋਨੇ ਦੇ ਉੱਤੇ ਵੀ ਤੁਸੀਂ ਸਪ੍ਰਿੰਟ ਦਵਾਈ ਜਿਹੜੀ ਹੈਗੀ ਆ 24 ਗ੍ਰਾਮ 80 ਤੋਂ ਲੈ ਕੇ 100 ਮਿਲੀਲੀਟਰ ਪਾਣੀ 'ਚ ਘੋਲ ਕੇ ਚੰਗੀ ਤਰ੍ਹਾਂ ਪਾ ਲੈਣੀ ਆ। ਪਰ ਖਿਆਲ ਰੱਖਣਾ ਹੱਥਾਂ ਦੇ ਵਿੱਚ ਜਿਹੜੇ ਹੈਗੇ ਆ ਦਸਤਾਨੇ ਜਿਹੜੇ ਪਾਉਣੇ ਆ, ਜੇ ਦਸਤਾਨੇ ਨਹੀਂ ਮਿਲੇ ਤਾਂ ਪਲਾਸਟਿਕ ਦੇ ਲਿਫਾਫੇ ਜਿਹੜੇ ਹੈਗੇ ਨੇ ਉਹ ਚੜਾ ਕੇ ਚੰਗੀ ਤਰ੍ਹਾਂ ਜਿਹੜਾ ਉਹਨੂੰ ਆਪਾਂ ਮਲ ਲੈਣਾ। ਗੁਰਦਾਸਪੁਰ ਉਹਨਾਂ ਦਾ ਸਵਾਲ ਰਹਿ ਗਿਆ ਸੀ, ਜਵਾਬ ਦੇਣੇ। ਉਹਨਾਂ ਨੇ ਲਿਖਿਆ ਕਿ ਬਿਜਾਈ ਦੇ ਨਾਲ ਡੀਲਾ ਜਾਂ ਮੋਥਾ ਹੋ ਗਿਆ ਤਾਂ ਕਿਹੜੀ ਸਪਰੇਅ ਕਰੀਏ। ਕਿਸਾਨ ਵੀਰੋ, ਜਿਹੜਾ ਡੀਲਾ ਜਾਂ ਮੋਥਾ ਲਈ ਅਸੀਂ ਇੱਕ ਐਲਮਿਕਸ ਦੀ ਸਿਫਾਰਿਸ਼ ਕਰਦੇ ਹਾਂ, ਜਿਹੜੀ 8 ਗ੍ਰਾਮ ਪੈਂਦੀ ਆ। ਇਹਦੇ ਵਿੱਚ ਕਲੋਰੀਬਿਊਰੋਨ ਤੇ ਮੈਟਸਾਲਫਰੋਨ ਤੱਤ ਹੁੰਦਾ, ਪਰ ਇਹਦੀ ਸਪਰੇਅ ਆਪਾਂ 20 ਦਿਨਾਂ ਤੋਂ ਪਹਿਲਾਂ ਨਹੀਂ ਕਰਨੀ, ਕਿਉਂਕਿ ਜੇ ਆਪਾਂ ਛੋਟੇ ਝੋਨੇ ਤੇ ਕਰਾਂਗੇ ਤਾਂ ਇਹ ਡੀਲੇ ਤਾਂ ਮਾਰ ਦੂਗੀ, ਪਰ ਨਾਲ ਝੋਨੇ ਨੂੰ ਵੀ ਨੁਕਸਾਨ ਕਰੂਗੀ। ਸੋ ਜੇ ਤਾਂ ਇਹ ਤੁਹਾਡਾ ਦੌਗੀਆਂ ਦੇ ਵਿੱਚ ਆ ਫਿਰ ਤਾਂ ਤੁਸੀਂ ਵੈਸੇ ਹੀ ਕੱਢ ਦਿਓ ਇਹਨੂੰ। ਨਹੀਂ, ਇਹ ਆ ਵੀ ਜਦੋਂ ਤੁਸੀਂ 20-21 ਦਿਨ ਬਾਅਦ ਜਾ ਕੇ ਪਹਿਲਾ ਪਾਣੀ ਲਾਓਗੇ ਉਸ ਤੋਂ ਬਾਅਦ ਇਹਨੂੰ ਸਪਰੇਅ ਕਰ ਦਿਓ, ਇਹਦੀ ਬਹੁਤ ਵਧੀਆ ਰੋਕਥਾਮ ਕਰ ਦੂਗੀ, ਕੋਈ ਇਹਦੇ ਤੋਂ ਘਬਰਾਉਣ ਦੀ ਲੋੜ ਨਹੀਂ। ਦੂਸਰਾ ਇਹਨਾਂ ਦੇ ਸਵਾਲ ਸੀ ਜੀ, ਕੁਝ ਖੇਤਾਂ ਵਿੱਚ ਝੋਨਾ ਉੱਗ ਗਿਆ, ਬਾਰਿਸ਼ ਹੋ ਗਈ, ਪੂਰੀ ਤਰ੍ਹਾਂ ਖੇਤ ਵਿੱਚ ਭਰ ਗਿਆ, ਜਿੱਥੇ ਤਾਈਂ ਤੁਹਾਡਾ ਝੋਨਾ ਬਾਹਰ ਆ ਗਿਆ ਉੱਥੇ ਤੁਹਾਨੂੰ ਪਾਣੀ ਕੱਢਣ ਦੀ ਲੋੜ ਨਹੀਂ। ਜਿੱਥੇ ਤੁਹਾਡਾ ਝੋਨਾ ਲਿਖਿਆ ਵੀ 25 ਆਪਾਂ ਮਈ ਨੂੰ ਬੀਜਿਆ ਸੀਗਾ ਤੇ ਕਰੰਡ ਹੋ ਗਿਆ, ਹੁਣ ਮੀਂਹ ਨਾਲ ਭਰ ਗਿਆ, ਸੋ ਇਹਨੂੰ ਮੀਂਹ ਦੀ ਕੋਈ ਸਮੱਸਿਆ ਨਹੀਂ ਜੀ। ਇਹ ਇਸੇ ਗਿੱਲ ਦੇ ਵਿੱਚ ਨਿਕਲਿਆ ਹੋਊਗਾ, ਜ਼ਿਆਦਾ ਮੀਂਹ ਪਿਆ, ਪਰ ਕਿਉਂਕਿ ਅਜੇ ਝੋਨਾ ਬਾਹਰ ਨਹੀਂ ਨਿਕਲਿਆ, ਸੋ ਜਿੱਥੇ ਪਾਣੀ ਖੜਾ ਹੈ ਜੇ ਤਾਂ ਰਾਤ ਨੂੰ ਜੀਰ ਗਿਆ ਠੀਕ ਆ, ਨਹੀਂ ਇਹਨੂੰ ਫਿਰ ਕੱਢ ਦਿਓ, ਕਿਉਂਕਿ 20 ਗਲ ਸਕਦਾ ਉਹਦੇ ਨਾਲ, ਇਹੀ ਸਮੱਸਿਆ ਹੈ। ਹੁਣ ਝੋਨੇ ਨੂੰ ਉੱਗਣ ਦੀ ਕੋਈ ਸਮੱਸਿਆ ਨਹੀਂ। ਤੇ ਜੇ ਉੱਤੇ ਤੁਹਾਡੇ ਪੇਪੜੀ ਬਣ ਜਾਂਦੀ ਆ, ਜਿਵੇਂ ਪਹਿਲਾਂ ਡਾਕਟਰ ਜਸਵੀਰ ਸਿੰਘ ਦੱਸ ਕੇ ਗਏ ਆ, ਫਿਰ ਇਹ ਆ ਵੀ ਫਿਰ ਉਹਨੂੰ ਕਰੰਟ ਜ਼ਰੂਰ ਭੰਨ ਦਿਓ। ਇੱਕ ਰਮਨਦੀਪ ਸਿੰਘ ਬਰਾੜ ਦਾ ਹੈ ਜੀ ਕਿ ਥੋੜਾ ਬੀਜ ਵੱਧ ਪੈ ਗਿਆ, ਕੀ ਹੱਲ ਹੈ ਇਹਦਾ? ਹੱਲ ਇਹ ਜੇ ਬੀਜ ਜ਼ਿਆਦਾ ਪੈ ਗਿਆ ਜੀ, ਉਹਦੇ ਨਾਲ ਇੱਕ ਤਾਂ ਸੰਘਣਾ ਹੋਊਗਾ। ਉਹਦਾ ਹੱਲ ਇਹ ਆ ਵੀ ਜਿਵੇਂ ਆਪਾਂ ਜਿਹੜੇ ਰੁੱਖ ਆਪਣੀਆਂ ਲਾਈਨਾਂ ਨੇ ਝੋਨੇ ਦੀਆਂ, ਉਹਦੇ 90 ਡਿਗਰੀ ਤੇ ਉਲਟ ਆਪਾਂ ਇੱਕ ਤਰਫਾਲੀ ਲੈ ਕੇ ਫੇਰ ਸਕਦੇ ਹਾਂ ਜੀ। ਜਿਵੇਂ ਕਈ ਸਾਊਥ ਇੰਡੀਆ ਦੇ ਵਿੱਚ ਉਹ ਕਰਦੇ ਆ ਕਿ ਉਹ 25 ਦਿਨਾਂ ਬਾਅਦ ਉਹ ਤਰਫਾਲੀ ਫੇਰ ਦਿੰਦੇ ਆ। ਦੂਜੇ ਆਪਣਾ ਲਾਈਨਾਂ ਨਾਰਥ ਸਾਊਥ ਨੇ ਉਹ ਈਸਟ ਵੈਸਟ ਤਰਫਾਲੀ ਫੇਰ ਦਿੰਦੇ ਆ। ਉਹਦੇ ਨਾਲ ਜਿਹੜਾ ਝੋਨਾ ਜਿਹੜਾ ਵਿੱਚੋਂ ਪੱਟ ਕੇ ਤੇ ਤੁਹਾਡੀ ਜਿਹੜੀ, ਜੇ ਤੁਹਾਨੂੰ ਜ਼ਿਆਦਾ ਸੰਘਣਾ ਲੱਗਦਾ ਵੀ 6 ਇੰਚ ਤੇ ਤੁਹਾਡਾ ਉਹ ਹੋ ਜਾਊਗਾ ਤੇ ਤੁਹਾਡੀ ਇਹ ਸਮੱਸਿਆ ਹੱਲ ਹੋ ਜੂ। ਸੁਖਵਿੰਦਰ ਸਿੰਘ ਜੀ ਦਾ ਆਇਆ ਕਿ ਜੀ ਆਪਣੇ ਕੱਦੂ ਵਾਲੇ ਝੋਨੇ ਦੇ ਮੁਕਾਬਲੇ ਜਿਹੜੀ ਸਿੱਧੀ ਬਿਜਾਈ ਦੇ ਵਿੱਚ ਪਾਣੀ ਦੀ ਬਚਤ ਕਿੰਨੀ ਹੁੰਦੀ ਆ। ਸੋ ਜਿਹੜੀ ਅਸੀਂ ਤਰਵੱਤਰ ਵਾਲੀ ਜਿਹੜੀ ਆਪਾਂ ਯੂਨੀਵਰਸਿਟੀ ਨੇ ਇਸ ਸਾਲ ਨਵੀਂ ਸਿਫਾਰਿਸ਼ ਦਿੱਤੀ ਆ, ਇਹਦੇ ਵਿੱਚ ਅਸੀਂ ਕਹਿੰਦੇ ਵੀ ਘੱਟੋ ਘੱਟ 20% ਦਾ ਤੁਹਾਡੇ ਪਾਣੀ ਦੀ ਬਚਤ ਹੁੰਦੀ ਆ ਜੀ। ਮਿਸਟਰ ਇੰਦਰਪਾਲ ਸਿੰਘ ਜੀ ਦਾ ਆਇਆ ਕਿ ਵੀ ਗੂੰਦ ਕਤੀਰਾ ਲਾਉਣ ਦਾ ਤਰੀਕਾ ਕੀ ਆ। ਅਸੀਂ ਅਜੇ ਤੱਕ ਵੀ ਗੂੰਦ ਕਤੀਰਾ ਦੀ ਵੈਸੇ ਸਿਫਾਰਿਸ਼ ਨਹੀਂ ਕੀਤੀ, ਪਰ ਜੇ ਤੁਸੀਂ ਤਰੀਕਾ ਪੁੱਛਿਆ ਇਸ ਤੁਹਾਨੂੰ ਦੱਸ ਦਿੰਦੇ ਆ। ਇਹ ਤੁਸੀਂ ਗੂੰਦ ਕਤੀਰਾ 10 ਕਿਲੋ ਬੀਜ ਪਿੱਛੇ 1 ਕਿਲੋ ਗੂੰਦ ਕਤੀਰਾ ਲੈ ਕੇ ਉਹਨੂੰ ਜਾਨੀ ਗੁੜ ਦੇ ਵਿੱਚ ਆਪਾਂ ਜਿਵੇਂ ਕਾਸ਼ਨੀ ਜੀ ਬਣਾ ਲੈਂਦੇ ਆ, ਥੋੜਾ ਪਾਣੀ ਪਾ 1 ਲੀਟਰ ਪਾਣੀ ਪਾ ਕੇ ਉਹਨੂੰ ਉਹਦਾ ਕਾੜਾ ਜਿਹਾ ਬਣਾ ਕੇ ਉਹਨੂੰ ਜਦੋਂ
ਠੰਡਾ ਹੋ ਜੇ ਬੀ ਦੇ ਉੱਤੇ ਲੇਪ ਕਰ ਦੇਣਾ ਜੀ। ਜਾਣੀ 10 ਕਿਲੋ ਬੀ ਦੇ ਉੱਤੇ ਵੀ 1 ਕਿਲੋ ਵੀ 10% ਹੋ ਗਿਆ। ਉਸ ਤੋਂ ਬਾਅਦ ਫਿਰ ਉਹਨੂੰ ਛਾਵੇਂ ਸੁਕਾ ਕੇ 5-6 ਘੰਟਿਆਂ ਵਾਸਤੇ ਤੁਸੀਂ ਬਿਜਾਈ ਕਰ ਦੇਣੀ ਆ। ਸੋ ਜਿੱਥੇ ਤੁਹਾਡੇ ਥੋੜਾ ਬਹੁਤਾ ਜਿਵੇਂ ਆਪਾਂ ਕਹਿੰਦੇ ਵੀ ਖੇਤ ਦੇ ਵਿੱਚ ਪਾਣੀ ਘੱਟ ਰੁਕਦਾ ਉੱਥੇ ਤੁਹਾਡੀ ਇਹ ਮਦਦ ਕਰ ਸਕਦੀ ਆ। ਸਾਡੇ ਅਜੇ ਤਜਰਬੇ ਚੱਲ ਰਹੇ, ਅਸੀਂ ਇਹ ਸਿਫਾਰਿਸ਼ ਨਹੀਂ ਕੀਤੀ, ਪਰ ਇਹ ਤਰੀਕਾ ਹੈ। ਪਰ ਇਹ ਧਿਆਨ ਰੱਖਿਓ ਕਿ ਪਰ ਕਹਿ ਦਿੰਦੇ ਆ ਜਿਵੇਂ ਆਪਣੇ ਆਇਆ ਸੀ ਨਾ ਜੀ, ਬੀਜ ਜ਼ਿਆਦਾ ਪਾਤਾ ਤੇ ਜ਼ਿਆਦਾ ਹੋ ਜਾਂਦਾ। ਜੇ ਗੂੰਦ ਕਤੀਰਾ ਜ਼ਿਆਦਾ ਪਾਤੀ, ਜੇ ਤੁਸੀਂ 10 ਕਿਲੋ 2 ਕਿਲੋ ਪਾਤੀ ਤਾਂ ਲੇਪ ਇੰਨਾ ਉੱਤੇ ਚੜ ਜਾਣਾ ਕਿ ਤੁਹਾਡੇ ਝੋਨੇ ਨੂੰ ਨਿਕਲਣਾ ਔਖਾ ਹੋ ਜਾਣਾ। ਸੋ ਬਹੁਤ ਧਿਆਨ ਰੱਖਣਾ, 10 ਕਿਲੋ ਦੇ ਵਿੱਚ ਸਿਰਫ 1 ਕਿਲੋ ਗੂੰਦ ਕਤੀਰਾ ਜਿਹੜੀ ਤੁਸੀਂ ਲਾਉਣੀ ਹੈ ਜੀ। ਇੱਕ ਸਵਾਲ ਡਾਕਟਰ ਸਾਹਿਬ ਹੋਰ ਹੈ। ਇੱਕ ਲਿਖਿਆ ਸੀ ਜੀ ਵੀ ਅਸੀਂ ਜਿਹੜਾ ਚਿਲੇਟਡ ਆਇਰਨ ਕਿਉਂ ਨਹੀਂ ਵਰਤਣਾ। ਜਿਹੜਾ ਆਮ ਜਿਹੜਾ ਆਪਾਂ ਵਰਤਦੇ ਆ ਜੀ, ਜਿਹੜਾ ਫੈਰਸ ਸਲਫੇਟ, ਇਹ ਬਹੁਤ ਛੇਤੀ ਆ ਜਿਹੜਾ ਉਹ ਨਿਕਲ ਜਾਂਦਾ ਜੀ। ਬਹੁਤ ਛੇਤੀ ਜਿਹੜਾ ਫਸਲ ਨੂੰ ਇਹ ਪੱਤਿਆਂ ਦੇ ਥਾਣੀ ਯਾਨੀ ਕਿ ਸੋਖ ਲੈਂਦੇ ਆ ਉਹਨੂੰ। ਚਿਲੇਟਡ ਆਇਰਨ ਨੂੰ ਸੋਖਣ ਤੇ ਬਹੁਤ ਟਾਈਮ ਲੱਗਦਾ ਹੈ, ਕਈ ਵਾਰੀ ਇਹਦਾ ਕੋਈ ਫਾਇਦਾ ਵੀ ਨਹੀਂ ਹੁੰਦਾ। ਸੋ ਨਾ ਹੀ ਅਸੀਂ ਇਹਦੀ ਸਿਫਾਰਿਸ਼ ਕਰਦੇ ਹਾਂ ਜੀ। ਇੱਕ ਨਾ ਜੀ ਹੁਣੇ ਸਵਾਲ ਆਇਆ ਸੀ ਜੀ ਬਲਜਿੰਦਰਜੀਤ ਸਿੰਘ ਜੀ ਦਾ ਕਿ ਜਦੋਂ ਬਵਾਇਆ ਦੀ ਸਪਰੇਅ ਕਰਨੀ ਆ ਉਦੋਂ ਖੇਤ ਦੇ ਵਿੱਚ ਪਾਣੀ ਖੜਾ ਹੋਣਾ ਚਾਹੀਦਾ। ਨਹੀਂ ਜੀ, ਖੇਤ ਪਾਣੀ ਨਹੀਂ ਖੜਾ ਹੋਣਾ ਚਾਹੀਦਾ, ਬੱਤਰ ਖੇਤ ਹੋਣਾ ਚਾਹੀਦਾ। ਉਦੋਂ ਆਪਾਂ ਬਵਾਇਆ ਦੀ ਸਪਰੇਅ ਕਰਨੀ ਆ। ਨਦੀਨ 2 ਤੋਂ 4 ਪੱਤੇ ਕੋਸ਼ਿਸ਼ ਕਰੋ ਕਿ ਵੱਡੇ ਨਾ ਹੋਣ, ਕਿਉਂਕਿ ਜਿਹੜੀਆਂ ਵੀ ਦਵਾਈਆਂ ਨੇ ਨਾ ਆਪਾਂ ਇਹ ਨਹੀਂ ਡੀਕਣਾ ਥੋੜੇ ਜਿਹਾ ਹੋਰ ਨਿਕਲਿਆ ਹੁੰਦੇ, ਫਿਰ ਸਮੱਸਿਆ ਖੜੀ ਹੋ ਜਾਊਗੀ। ਜਦੋਂ ਤੁਹਾਨੂੰ ਲੱਗਿਆ 2 ਤੋਂ 3 ਪੱਤੇ ਨੇ, ਅਸੀਂ ਆਪਣੇ ਜਿੰਨੇ ਵੀ ਗਰੁੱਪ ਨੇ ਉਹਦੇ ਵਿੱਚ ਨਾ ਅਸੀਂ ਨਦੀਨਾਂ ਦੀ ਪਛਾਣ ਵੀ ਪਾਤੀ ਆ। ਇੱਕ ਅਸੀਂ ਆਰਟੀਕਲ ਵੀ ਦੇ ਰਹੇ ਆ, ਇਹ ਤੇ ਵੀ ਵੈਬਸਾਈਟ ਤੇ ਪਾ ਦਿਆਂਗੇ ਵੀ ਆਹ ਨਦੀਨ ਨੇ 2 ਤੋਂ 3 ਪੱਤਿਆਂ ਦੇ ਮਧਾਣਾ ਇਸ ਤਰ੍ਹਾਂ ਦਾ ਲੱਗਦਾ, ਸਵਾਂਗ ਇਸ ਤਰ੍ਹਾਂ ਦਾ ਲੱਗੂਗਾ, ਤਕੜੀ ਘਾਹ ਇਸ ਤਰ੍ਹਾਂ ਦਾ ਹੋਊਗਾ। ਸਾਰੇ ਨਦੀਨਾਂ ਤੁਸੀਂ ਪਛਾਣ ਪਾ ਦਿਆਂਗੇ ਤਾਂ ਕਿ ਤੁਸੀਂ ਉਹ ਨਦੀਨ ਦੇਖ ਕੇ ਤੁਸੀਂ ਉਹ ਸਪਰੇਅ ਕਰ ਸਕੋ। ਸੋ ਖੜੇ ਪਾਣੀ 'ਚ ਨਹੀਂ ਕਰਨੀ।